हाँ जी, सत श्री अकाल बच्चों साਰਿਆਂ ਨੂੰ ਤੇ ਅੱਜ ਦੀ ਕਲਾਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ ਤੇ ਇੱਕ ਐਸਾ ਟੌਪਿਕ ਕਰਨ ਜਾ ਰਹੇ ਹਾਂ ਵੀ ਅੱਜ ਦੀ ਇੱਕ ਕਲਾਸ ਦੇ ਵਿੱਚੋਂ ਐਗਜ਼ਾਮੀਨਰ ਨੇ ਸਵਾਲ ਪੁੱਛਣਾ ਹੀ ਪੁੱਛਣਾ ਹੈ। ਸੋ ਆਪ ਸੋਚ ਸਕਦੇ ਹੋ ਕਿੰਨੀ ਤਕੜੀ ਇੰਪੋਰਟੈਂਸ ਹੋਣੀ ਹੈ। ਇੱਕ ਸਵਾਲ ਇੱਕ ਨੰਬਰ ਅੱਜ ਦੀ ਕਲਾਸ ਚੋਂ ਵੱਟਦੇ ਹੈ, ਇਹਦੇ ਬਿਨਾ ਪੇਪਰ ਨਹੀਂ ਛਪ ਸਕਦਾ। ਮਤਲਬ ਅੱਜ ਆਪਾਂ ਕਰਨ ਜਾ ਰਹੇ ਹਾਂ, ਵੈਸੇ ਇਹਨੂੰ ਆਮ ਤੌਰ ਤੇ ਆਪਾਂ ਸਟੈਟਿਕ ਜੀਕੇ ਦਾ ਟੌਪਿਕ ਕਹਿੰਦੇ ਆ। ਇਹ ਬੱਚਾ ਆਪਣਾ ਹੈਗਾ ਯੂਨਾਈਟਿਡ ਨੇਸ਼ਨਸ। ਅੱਜ ਦੀ ਕਲਾਸ ਦੇ ਵਿੱਚ ਆਪਾਂ ਫਿਰ ਸ਼ੁਰੂ ਕਰਨ ਜਾ ਰਹੇ ਹਾਂ UNO, ਜਿਹਦਾ ਪਿਛਲੇ 2-4 ਮਹੀਨਿਆਂ ਦੇ ਵਿੱਚ ਤੁਸੀਂ ਬਹੁਤ ਮਜ਼ਾਕ ਉਡਦਾ ਟੀਵੀਆਂ ਤੇ WhatsApp ਦੇ ਸਟੇਟਸਾਂ ਤੇ ਬਹੁਤ ਸੁਣਿਆ ਹੋਵੇਗਾ ਵੀ ਬਸ ਇਹ ਇਕੱਲੀ ਬਾਡੀ ਜਵਾਕਾਂ ਨੂੰ ਤੰਗ ਕਰਨ ਵਾਸਤੇ ਪੜਾਉਣ ਵਾਸਤੇ ਹੀ ਹੈ। ਅਸੀਂ ਆਪਾਂ ਨੂੰ WTO ਦਾ ਕਰੋਨਾ ਵੇਲੇ ਬਹੁਤ ਮਜ਼ਾਕ ਉਡਦਾ ਦੇਖਿਆ। ਹੁਣ ਰੂਸ ਤੇ ਯੂਕਰੇਨ ਦੀ ਜੰਗ ਵਿਚਕਾਰ ਵੀ ਇਹਦੀ ਬਹੁਤ ਬਦਨਾਮੀ ਹੋਈ ਹੈ ਵੀ ਕਿਉਂ ਬਿਨਾਂ ਗੱਲੋਂ ਮੱਥਾ ਮਾਰਿਆ ਵੀ ਨੇਸ਼ਨਸ ਨੂੰ ਯੂਨਾਈਟਿਡ ਰੱਖਣਾ ਹੈ, ਸਵਾਹ ਰੱਖਣਾ ਹੈ। ਜਿਹਨੇ ਜਿਹਦੇ ਹਮਲਾ ਕਰਨਾ ਉਹ ਕਰ ਦਿੰਦਾ ਹੈ, ਜਿਹਨੇ ਜਿਹਨੂੰ ਕੁੱਟਣਾ ਉਹ ਕੁੱਟ ਜਾਂਦਾ ਹੈ, ਜਿਹਨੇ ਜਿਹਨੂੰ ਗਾਲ ਕੱਢਣੀ ਉਹ ਵੀ ਕੱਢ ਜਾਂਦਾ ਹੈ। ਇਹਦਾ ਆਮ ਤੌਰ ਤੇ ਕੰਮ ਕੁਛ ਨਹੀਂ, ਬਸ ਬੈਠ ਕੇ ਗੱਪਾਂ ਛੱਪਾਂ ਮਾਰਨੀਆਂ, ਚੰਗੀ ਕਾਫੀ ਪੀਂਦੇ ਹੈ। ਬਸ ਇਹੋ ਜਿਹੀ ਬਾਡੀ ਅੱਜ ਆਪਾਂ ਨੂੰ ਮਜਬੂਰੀ 'ਚ ਪੜ੍ਹਨੀ ਪੈਣੀ ਹੈ। ਇਹ ਬਾਡੀ ਦਾ ਕੰਮ ਕਾਰ ਕੀ ਆਪਾਂ ਦੇਖ ਲੈਂਦੇ ਹਾਂ। ਅੱਜ ਆਪਾਂ ਇਹ ਸਾਰੀ ਬਾਡੀ ਦਾ ਪੋਸਟਮਾਰਟਮ ਕਰਾਂਗੇ, ਠੀਕ ਹੈ ਨਾ, ਤਾਂ ਜੋ ਪੇਪਰ ਦੇ ਵਿੱਚ ਇਸ ਬਾਡੀ ਤੋਂ ਸਵਾਲ ਛਪ ਜੇ ਤੇ ਆਪਾਂ ਨੂੰ ਆਉਂਦਾ ਹੋਵੇ। ਕੰਮ ਬੇਸ਼ੱਕ ਕਦੀ ਇਹ ਬਾਡੀ ਕੱਖ ਨਾ ਕਰਦੀ ਹੋਵੇ, ਠੀਕ ਹੈ ਕਿ ਨਹੀਂ। ਇਸ ਬਾਡੀ ਦਾ ਮੇਨ ਕੰਮ ਇਹੀ ਹੈ ਵੀ ਭਾਈ ਆਪਾਂ ਦੁਨੀਆ ਦੇ ਵਿੱਚ ਆਪਸੀ ਸੰਬੰਧ ਵਧੀਆ ਬਣਾ ਕੇ ਰੱਖਣੇ ਹੈ। ਆਪਾਂ ਦੇਖ ਹੀ ਰਹੇ ਹਾਂ ਬਹੁਤ ਵਧੀਆ ਬਣੀ ਜਾਂਦੇ ਹੈ। ਫਰੈਂਡਲੀ ਰਿਲੇਸ਼ਨ ਰੱਖਣਾ ਹੈ, ਆਪਾਂ ਸਮਾਜਿਕ ਆਰਥਿਕ ਲੋਕਤੰਤਰ ਸਟੈਬਲਿਸ਼ ਕਰਨਾ ਹੈ। ਇਹ ਆਮ ਤੌਰ ਤੇ ਪੈਟ ਜੀਆਂ ਗੱਲਾਂ ਹੁੰਦੀਆਂ ਜੇਕਰ ਆਪਾਂ ਕਿਸੇ ਬਾਡੀ ਨੂੰ ਬਣਾਉਣਾ ਹੁੰਦਾ। ਹਾਂ, ਬਟ ਇਹ ਬਾਡੀ ਆਮ ਤੌਰ ਤੇ ਆਪਾਂ ਕਿਉਂ ਪੜ੍ਹਦੇ ਹਾਂ, ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਬਾਡੀ ਮੰਨੀ ਜਾਂਦੀ ਹੈ, ਜਿਹੜੀ ਕਿ ਆਫਟਰ ਸੈਕੰਡ ਵਰਲਡ ਵਾਰ ਬਣਾਈ ਗਈ ਹੈ। ਇਹ ਦੂਜੇ ਵਿਸ਼ਵ ਯੁੱਧ ਤੋਂ ਬਣਨ ਵਾਲੀ ਪਹਿਲੀ ਬਾਡੀ ਆਮ ਤੌਰ ਤੇ ਕਹਿ ਦਿੰਦੇ ਆ। ਕਿਉਂ ਬਣਾਈ ਹੈ ਵੀ ਥਰਡ ਵਰਲਡ ਵਾਰ ਐਡਾ ਭਿਆਨਕ ਯੁੱਧ ਦੁਬਾਰੇ ਨਾ ਹੋਵੇ। ਹਾਂ, ਉਹ ਥਰਡ ਵਰਲਡ ਵਾਰ ਹਜੇ ਨਹੀਂ ਹੋਇਆ, ਉਸ ਚੀਜ਼ ਤੇ ਕਾਮਯਾਬ ਹੈ, ਬਟ ਕੋਈ ਐ ਨਹੀਂ ਪਹਿਲੀ ਵਾਰੀ ਆਪਣੇ ਵਰਲਡ ਲੀਡਰਸ ਨੇ ਕੋਸ਼ਿਸ਼ ਕਰੀ ਸੀ। ਪਹਿਲੀ ਵਾਰ ਬੱਚੋ ਇਹ ਕੋਸ਼ਿਸ਼ ਹੋਈ ਸੀ ਜਦੋਂ ਆਪਣਾ ਫਸਟ ਵਰਲਡ ਵਾਰ ਹੋਇਆ ਸੀਗਾ। ਫਸਟ ਵਰਲਡ ਵਾਰ ਤੋਂ ਬਾਅਦ ਫਿਰ ਆਪਾਂ ਜਿਹੜਾ 14 ਤੋਂ 18 ਤੱਕ ਚੱਲਿਆ ਸੀਗਾ, ਉੱਥੇ ਹੀ ਫਿਰ ਆਪਾਂ 19-20 ਦੇ ਵਿੱਚ ਇੱਕ ਬਾਡੀ ਬਣਾਈ ਸੀ। ਉਸ ਬਾਡੀ ਦਾ ਬੱਚੋ ਨਾਮ ਕੀ ਸੀਗਾ? ਲੀਗ ਆਫ ਨੇਸ਼ਨਸ। ਉਸ ਬਾਡੀ ਦਾ ਕੀ ਨਾਮ ਸੀ? ਲੀਗ ਆਫ ਨੇਸ਼ਨਸ। ਤੇ ਕੁੱਲ ਮਿਲਾ ਕੇ ਇਹ ਕਿਉਂ ਬਣਾਈ ਸੀ ਵੀ ਸੈਕੰਡ ਵਰਲਡ ਵਾਰ ਨਾ ਹੋਵੇ, ਬਟ ਸੈਕੰਡ ਵਰਲਡ ਵਾਰ ਤਾਂ ਹੋ ਗਿਆ। ਸੋ ਇਹਦਾ ਮਤਲਬ ਇਸ ਬਾਡੀ ਨੇ ਕੰਮ ਚੱਜ ਨਾਲ ਨਹੀਂ ਕਰਿਆ, तो ਇਹਨੂੰ ਫਿਰ ਆਪਾਂ ਕਰਤਾ ਖਤਮ। ਫਿਰ ਸੈਕੰਡ ਵਰਲਡ ਵਾਰ ਹੋਇਆ 39 ਤੋਂ 45 ਤੱਕ, ਤੇ ਕੁੱਲ ਮਿਲਾ ਕੇ ਫਿਰ ਉਦੋਂ ਬਾਅਦ ਆਪਾਂ ਬਣਾ ਲਈ ਵੀ ਥਰਡ ਵਰਲਡ ਵਾਰ ਨਾ ਹੋਵੇ। ਉਹ ਹਜੇ ਤੱਕ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਵੀ ਠੀਕ ਹੈ ਵੀ ਵਰਲਡ ਵਾਰ ਵਾਲੀ ਸਥਿਤੀ ਦੁਨੀਆ 'ਚ ਪੈਦਾ ਇਸ ਸਮੇਂ ਨਹੀਂ ਹੋ ਰਹੀ, ਤਾਂ ਕੁੱਲ ਮਿਲਾ ਕੇ ਕਾਮਯਾਬ ਹੈਗੀ ਹੈ। ਇਹ ਸੁਣਨ 'ਚ ਤਾਂ 2 ਅੱਖਰ ਹੀ ਹੈ, ਬਟ ਆਪਾਂ ਅੱਜ ਇਹ ਪੂਰੀ ਬਾਡੀ ਪੜ੍ਹਨੀ ਹੈ। ਅਕਸਰ ਜਦੋਂ ਬਾਡੀ ਕਹਿਣਾ ਹੁੰਦਾ ਤਾਂ ਮੈਂ 3 ਅੰਗ ਦਾ ਨਾਮ ਪੱਕਾ ਲੈਣਾ ਹੁੰਦਾ, ਦਿਲ, ਦਿਮਾਗ ਤੇ ਫੇਫੜਾ। ਸੋ ਆਪਾਂ ਇਹ ਦਿਲ, ਦਿਮਾਗ, ਫੇਫੜਾ ਵੀ ਦੇਖਣਾ। ਹੱਥ ਪੈਰ ਤਾਂ ਤੁਹਾਨੂੰ ਪਤਾ ਆਮ ਗੱਲ ਹੀ ਹੁੰਦੀ ਹੈ, ਜੇ ਕਦਾ ਨਾਮ ਵੀ ਹੋਵੇ ਤਾਂ ਗੱਡੀ ਚੱਲ ਜਾਂਦੀ ਹੈ, ਬਟ ਦਿਲ, ਦਿਮਾਗ, ਫੇਫੜੇ ਬਿਨਾਂ ਗੱਡੀ ਨਹੀਂ ਚੱਲਦੀ। ਜੇ ਦਿਮਾਗ ਕਿਹੜਾ ਹਿੱਲ ਗਿਆ, ਭੁੱਲ ਜੋ ਵੀ ਸੈੱਟ ਹੋ ਜਾਊਗਾ, ਉਹ ਤਾਂ ਸਾਰੀ ਉਮਰ ਵਿਚਾਰਾ ਫਿਰ ਕੀ ਉਹਦੇ ਨਾਲ ਵੀ ਟਾਈਮ ਪਾਸ ਕਰਨਾ ਪਊਗਾ। ਸੋ ਦਿਲ, ਦਿਮਾਗ, ਫੇਫੜਾ ਇਹਦਾ ਪੜਾਂਗੇ ਆਪਾਂ। ਇਹ ਬਾਡੀ ਬੜੀ ਧਮਾਕੇਦਾਰ ਤਰੀਕੇ ਨਾਲ ਪੜਾਂਗੇ, ਠੀਕ ਹੈ ਨਾ। ਸੋ ਪੇਸ਼ੈਂਸ ਬਣਾ ਕੇ ਰੱਖੋ ਵਧੀਆ ਤਰੀਕੇ ਨਾਲ, ਕਿਉਂਕਿ ਦੇਖਦੇ ਆਪਾਂ ਇਹ ਬਾਡੀ ਕਦੋਂ ਬਣੀ ਆ, ਕਿਹਨੇ ਬਣਾਈ ਆ, ਕਿੱਥੇ ਹੈਡਕੁਆਟਰ ਆ, ਕਿੰਨੇ ਇਹਦੇ ਮੈਂਬਰ ਹੈ ਵਗੈਰਾ ਵਗੈਰਾ। ਫਿਰ ਆਪਾਂ ਡਿਸਕਸ਼ਨ ਸਟਾਰਟ ਕਰਾਂਗੇ। ਲਿਖੋ ਫਿਰ ਪਹਿਲਾ ਪੁਆਇੰਟ, ਐਸਟੈਬਲਿਸ਼ਡ ਔਨ। ਇਹ ਬਾਡੀ ਬੱਚੋ ਕਦੋਂ ਬਣੀ ਹੈ? 24 ਅਕਤੂਬਰ 1945। 24 ਅਕਤੂਬਰ 1945 ਨੂੰ ਆਪਣੀ ਇਹ ਧਾਕੜ ਬਾਡੀ ਬਣੀ ਹੈ। ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਅੱਜ ਬੱਚੋ ਆਪਾਂ 24 ਅਕਤੂਬਰ ਨੂੰ ਕੀ ਬਣਾਉਣੇ ਹੈ? ਯੂਨਾਈਟਿਡ ਨੇਸ਼ਨਸ ਡੇ ਬਣਾਉਣੇ ਹੈ। ਇਹ ਯੂਨਾਈਟਿਡ ਨੇਸ਼ਨ ਡੇ ਆਪਾਂ ਤਾਂ ਬਣਾਉਣੇ ਹੈ ਕਿਉਂਕਿ ਇਹ ਬਾਡੀ ਏਦਾਂ ਬਣੀ ਹੈ। ਸਮਝੇ ਮੇਰੀ ਗੱਲ? ਅਗਲਾ ਪੁਆਇੰਟ, ਜਦੋਂ ਇਹ ਬਾਡੀ 24 ਅਕਤੂਬਰ 1945 ਨੂੰ ਬਣੀ ਹੈ, ਉਸ ਸਮੇਂ ਕਿੰਨੇ ਮੁਲਕ ਇਹਦਾ ਮੈਂਬਰ ਹੈ? ਕਿੰਨੇ ਮੁਲਕਾਂ ਨੇ ਰਲ ਕੇ ਜਾਂ ਕਹਿ ਲਓ ਇਹ ਬਾਡੀ ਬਣਾਈ ਹੈ? ਤਾਂ ਆਪਾਂ ਟਿਕ ਲਾਵਾਂਗੇ 51 ਮੁਲਕਾਂ ਨੇ ਰਲ ਕੇ ਇਹ ਬਾਡੀ ਬਣਾਈ ਹੈ, ਠੀਕ ਹੈ ਨਾ। ओरिजिनल फाउंडिंग मेंबर्स, ओरिजिनल फाउंडिंग मैंबर, इस बॉडी दे ओरिजिनल फाउंडिंग मैंबर किन्ने मुल्कां ने रल के ये बॉडी बनाई है? तो बच्चों आप टिक लावांगे 51 मुल्कां ने रल के बॉडी बनाई है। ये एक अपवाद भी है, अपवाद यही है बट मानते हैं आप। एक मुल्क आ बच्चों किहड़ा? पोलैंड। पोलैंड ने बाद में ज्वाइनिंग की है, बट ਉਹਨੂੰ भी 51 ਵਿੱਚ ਸ਼ਾਮਲ ਕਰ ਲਿਆ। ਉਹ ਕਹਿੰਦੇ ਇਸ ਨੂੰ ਫਾਊਂਡਿੰਗ 'ਚ ਲਿਖ ਲਓ ਯਾਰ, ਕਿਉਂ ਵਿਚਾਰੇ ਨੂੰ ਅੱਡ ਆਪਾਂ ਖਿੱਚੀ ਫਿਰਾਂਗੇ ਬਿਨਾਂ ਗੱਲੋਂ। ਪੋਲੈਂਡ ਨੇ ਸਾਈਨ ਬਾਅਦ 'ਚ ਕੀਤਾ ਬੱਚੋ।
पोलैंड साइंड इट लेटर, पोलैंड ने साइन बाद च कीता है, बट ਉਹਨੂੰ ਮੰਨਦੇ ਆਪਾਂ 51 ਦੇ ਵਿੱਚ ਹੀ ਹੈ, but considered as ਕੀ ਤਾਂ ਆਪਾਂ ਟਿਕ ਲਾਵਾਂਗੇ ਫਾਊਂਡਿੰਗ ਮੈਂਬਰ, ਵੀ ਪੋਲੈਂਡ ਨੇ ਜੁਆਇਨ ਤਾਂ ਬਾਅਦ ਵਿੱਚ ਕੀਤਾ ਹੈ, ਬਟ ਉਹਨੂੰ ਮੈਂਬਰ ਆਪਾਂ ਫਾਊਂਡਿੰਗ ਹੀ ਮੰਨਾਂਗੇ। ਸਮਝ ਗਏ, ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਸੋ ਠੀਕ ਹੈ, ਇਹ ਤਾਂ ਗੱਲ ਹੋ ਗਈ ਜਦੋਂ ਬੋਡੀ ਬਣੀ ਹੈ। ਤੇ ਤੁਹਾਡੇ ਹਿਸਾਬ ਨਾਲ ਪਹਿਲਾ ਸਵਾਲ ਆਪਾਂ ਇੱਥੇ ਦੇਖ ਲਈਏ ਵੀ ਆਪਣਾ ਮੁਲਕ, ਆਪਣਾ ਦੇਸ਼ ਇੰਡੀਆ ਫਾਊਂਡਿੰਗ ਮੈਂਬਰ ਸੀ ਕਿ ਬਾਅਦ ਵਿੱਚ ਐਡ ਹੋਇਆ, ਕੀ ਟਿਕ ਲਾਉਂਗੇ? ਪਤਾ ਸੀ ਮੈਨੂੰ, ਪਤਾ ਸੀ ਮੈਨੂੰ, ਆਈ ਭੜਕਾਉਂਗੇ ਵੀ ਆਪਾਂ ਬਾਅਦ ਵਿੱਚ ਐਡ ਹੋਏ ਹੈ, ਵੀ ਸਰ ਨੇ 24 ਅਕਤੂਬਰ 1945 ਦਿਖਾਇਆ ਹੈ। ਉਹ ਡਰਟੀ ਫੈਲੋਸ, ਆਪਣਾ ਮੁਲਕ ਵੀ ਫਾਊਂਡਿੰਗ ਮੈਂਬਰ ਹੈ। ਅੱਧਿਆਂ ਦਿਮਾਗ 'ਚ ਐ ਹੋਏ ਮੁਲਕ ਤਾਂ ਆਪਣਾ 47 ਚ ਆਜ਼ਾਦ ਹੋਏ ਹੈ। ਇਹਦਾ ਮਤਲਬ ਕੋਈ ਇਹ ਨਹੀਂ ਹੁੰਦਾ ਵੀ ਆਪਣਾ ਮੁਲਕ 47 ਚ ਤਾਹਾਂ ਤੋਂ ਡਿੱਗਿਆ, ਉਦੋਂ ਪਹਿਲਾਂ ਆਪਣਾ ਮੁਲਕ ਹੈ ਹੀ ਨਹੀਂ ਸੀ। ਸੁਖਣਾ ਮੁਲਕ ਤਾਂ ਆਪਾਂ ਕਿੰਨਾ ਪੜ੍ਹਿਆ, ਸਿੰਧੂ ਘਾਟੀ ਵੇਲੇ ਦਾ ਆਪਾਂ ਹਿੰਦੁਸਤਾਨ ਹੀ ਪੜ੍ਹੀ ਜਾਂਦੇ, ਹੋਰ ਆਪਾਂ ਇੰਗਲੈਂਡ ਪੜ੍ਹੀ ਜਾਂਦੇ ਹਾਂ ਉੱਥੇ। ਵੀ 47 ਚ ਤਾਂ ਟਰਾਂਸਫਰ ਆਫ ਪਾਵਰ ਹੋ ਗਿਆ, ਵੀ ਪਹਿਲਾਂ ਆਪਾਂ ਨੂੰ ਗੋਰੇ ਲੁੱਟਦੇ ਸੀ, ਹੁਣ ਆਪਾਂ ਨੂੰ ਕਾਲੇ ਲੁੱਟਦੇ ਆ। ਵੀ ਪਾਵਰ ਵੀ ਲੁੱਟਣ ਵਾਲੇ ਬੰਦੇ ਬਦਲ ਕੇ, ਕੰਮ ਤਾਂ ਉਹੀ ਹੈ, ਮੁਲਕ ਤਾਂ ਉੱਥੇ ਆ, ਲੋਕ ਤਾਂ ਉੱਥੇ ਰਹੀ ਜਾਂਦੇ ਆ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ ਵੀ ਸੁੱਖ ਨਾਲ ਆਪਣਾ ਬੰਦਾ ਤਾਂ ਪਹਿਲੀ ਲਾਈਨ ਦੇ ਵਿੱਚ ਬੈਠਾ, ਪਹਿਲੀ ਲਾਈਨ ਦੇ ਵਿੱਚ, ਤੇ ਉਸ ਬੰਦੇ ਦਾ ਨਾਮ ਕੀ ਹੈ ਲਿਖ ਕੇ ਰੱਖ ਲਓ, ਰਾਮਾ ਸਵਾਮੀ ਮੁੱਢਲੀਆਰ। ਸੋ ਆਪਣਾ ਬੰਦਾ ਤਾਂ ਮੋਢੀ ਬੰਦਾ ਭੇਜਿਆ ਪਤਾ, ਰਾਮਾ ਸਵਾਮੀ ਮੁੱਢਲੀਆਰ ਲੈਡ ਦਾ ਇੰਡੀਅਨ ਟੀਮ। ਇਸ ਬੰਦੇ ਨੇ ਆਪਣੇ ਮੁਲਕ ਨੂੰ ਲੀਡ ਕੀਤਾ, ਲੈਡ ਦਾ ਇੰਡੀਅਨ ਟੀਮ to sign UN charter, ਚਾਰਟਰ ਦਾ ਮਤਲਬ ਹੁੰਦਾ ਹੈ ਵੀ ਜਿਹੜੇ ਇਹਨਾਂ ਨੇ ਆਪਦਾ ਇੱਕ ਡਾਕੂਮੈਂਟ ਤਿਆਰ ਕੀਤਾ, ਰੂਲਸ ਐਂਡ ਰੈਗੂਲੇਸ਼ਨ ਵਾਲਾ, ਜਿਹੜਾ ਸੰਵਿਧਾਨ ਕਹ ਲਓ ਯੂਨਾਈਟਿਡ ਨੇਸ਼ਨ ਵਾਲਿਆਂ ਦਾ। ਕਦੋਂ ਕੀਤਾ ਹੈ? ਇਹ ਸਭ ਤੋਂ ਨਵਾਂ ਤੇ ਖਤਰਨਾਕ ਪੁਆਇੰਟ ਹੈ ਜਿਹੜਾ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਵੀ ਯੂਨਾਈਟਿਡ ਨੇਸ਼ਨ ਦਾ ਚਾਰਟਰ ਕਦੋਂ ਆਇਆ ਹੈ। 26 ਜੂਨ 1945। ਮੈਂ ਸ਼ਰਤ ਲੈ ਕੇ ਕਹਿੰਦਾ ਇਹ ਕਿਸੇ ਬੱਚੇ ਨੂੰ ਆਮ ਤੌਰ ਤੇ ਨਹੀਂ ਪਤਾ ਹੁੰਦਾ, ਠੀਕ ਹੈ ਨਾ। 26 ਜੂਨ 1945, 26 ਜੂਨ 1945 ਨੂੰ ਆਪਣੇ ਰਾਮਾ ਸਵਾਮੀ ਮੁੱਢਲੀਆਰ ਨੇ ਸੈਨ ਠੋਕਤੇ ਤੇ ਆਪਣੇ ਮੁਲਕ ਨੂੰ ਕੀ ਬਣਾਇਆ ਹੈ? ਯੂਨਾਈਟਿਡ ਨੇਸ਼ਨ ਦਾ ਮੈਂਬਰ ਬਣਾਇਆ ਆ। ਹੁਣ ਬੱਚਾ ਆਪਾਂ ਦੇਖਣਾ ਹੈ ਵੀ ਯੂਨਾਈਟਿਡ ਨੇਸ਼ਨ ਦੇ ਅੱਜ ਕਿੰਨੇ ਮੈਂਬਰ ਹੈ। ਟੁਡੇ ਯੂਨਾਈਟਿਡ ਨੇਸ਼ਨ ਦੇ ਅੱਜ ਕਿੰਨੇ ਮੈਂਬਰ ਹੈ? ਤਾਂ ਆਪਾਂ ਟਿਕ ਲਾਵਾਂਗੇ 193। 193ਵਾਂ ਮੈਂਬਰ, ਮਤਲਬ ਆਪਾਂ ਨੂੰ ਲਾਸਟ ਮੈਂਬਰ ਪਤਾ ਹੋਣਾ ਚਾਹੀਦਾ ਹੈ ਵੀ ਲਾਸਟ ਮੈਂਬਰ ਜੁਆਇਨ ਕਰਨ ਵਾਲਾ ਬੱਚੋ ਕਿਹੜਾ ਸੀ। ਤਾਂ ਆਪਾਂ ਟਿਕ ਲਾਵਾਂਗੇ ਸਾਊਥ ਸੁਡਾਨ। ਬਹੁਤ ਪੇਪਰ 'ਚ ਧਿਆਨ ਨਾਲ ਪੜ੍ਹਨਾ, ਐਗਜ਼ਾਮੀਨਰ ਜਾਣ ਕੇ ਕਈ ਵਾਰੀ ਕੱਲਾ ਸੁਡਾਨ ਵੀ ਦੇ ਦਿੰਦਾ ਹੁੰਦਾ। ਇਹ ਸਾਊਥ ਸੁਡਾਨ ਹੈ ਤੇ 2011 ਦੇ ਵਿੱਚ ਮੈਂਬਰ ਬਣਿਆ। तो देख लो कई साल हो गए, ਹੁਣ ਤਾਂ ਸੁਖਣਾ ਦਹਾਕੇ ਹੀ ਹੋ ਗਏ, ਹਲੇ ਤੱਕ ਉਸ ਤੋਂ ਬਾਅਦ ਕੋਈ ਮੈਂਬਰ ਯੂਨਾਈਟਿਡ ਨੇਸ਼ਨ ਦਾ ਨਹੀਂ ਬਣਿਆ। ਪਿੱਛੇ ਇੱਕ ਅਖਬਾਰ ਤੇ ਖਬਰ ਵੀ ਆਈ ਸੀ, ਹੋ ਸਕਦਾ ਮੈਂ ਕਿਸੇ ਕਲਾਸ ਦੱਸ ਵੀ ਦਿੱਤੀ ਹੋਵੇ। ਇੱਕ ਮੁਲਕ ਹੈ ਯੂਰਪ ਦਾ, ਦੁਨੀਆ ਸੁਪਨਾ ਹੁੰਦਾ ਹੈ ਵੀ ਉੱਥੇ ਵਿਜ਼ਿਟ ਕਰਨਾ ਹੈ, ਦੇਖਣਾ ਹੈ, ਵੀ ਸਵਰਗ ਕਹਿ ਦਿੰਦੇ ਆਮ ਤੌਰ ਦੁਨੀਆ ਦਾ ਉਸ ਮੁਲਕ ਨੂੰ। ਉਹ ਵੀ ਯੂਨਾਈਟਿਡ ਨੇਸ਼ਨ ਦਾ ਮੈਂਬਰ ਪਹਿਲਾਂ ਨਹੀਂ ਸੀ ਬਣਿਆ। ਮੈਨੂੰ ਵੀ ਵੈਸੇ ਉਸ ਅਖਬਾਰ ਦੇ ਡਾਕੂਮੈਂਟ ਤੋਂ ਹੀ ਪਤਾ ਲੱਗਿਆ ਵੀ ਬੜਾ ਚੰਬਾ ਲੱਗਿਆ ਵੀ ਕਮਾਲ ਹੈ, ਇੱਕ ਮੈਂਬਰ ਆ ਬੱਚੋ ਤੇ ਉਹ ਯੂਨਾਈਟਿਡ ਨੇਸ਼ਨ ਦਾ ਨਾ 190ਵਾਂ ਮੈਂਬਰ ਮੰਨਿਆ ਜਾਂਦਾ ਹੈ। ਉਹ ਸੀਗਾ ਆਪਣਾ ਸਵਿਟਜ਼ਰਲੈਂਡ। ਚੱਕ ਲਓ, ਕਿਉਂਕਿ ਸਵਿਟਜ਼ਰਲੈਂਡ ਦੇ ਲੋਕਾਂ ਕੋਲੇ ਪਾਵਰ ਹੈ। ਇੱਥੇ ਆਪਾਂ ਸਰਕਾਰ ਚੁਣ ਕੇ ਭੇਜ ਦਿੰਦੇ ਆ ਤੇ ਮੁੜ ਕੇ ਨਾ ਲੋਕਾਂ ਕੋਲੇ ਪਾਵਰ ਹੈ, ਬਟ 5 ਸਾਲ ਆਪਾਂ ਨੂੰ ਕੋਈ ਨਹੀਂ ਪੁੱਛਦਾ। ਪਾਵਰ ਤਾਂ ਉਹਨਾਂ ਕੋਲ ਹੀ ਹੁੰਦੀ ਹੈ, ਉਹੀ ਪਾਰਲੀਮੈਂਟ 'ਚ ਰੌਲਾ ਪਾਉਂਦੇ, ਆਪੇ ਬਿੱਲ ਪਾਸ ਕਰ ਦਿੰਦੇ, ਕੋਈ ਆਪਣੀ ਰਾਏ ਲੈਣ ਨਹੀਂ ਆਉਂਦਾ, ਕੋਈ ਆਪਣੇ ਦੁੱਖ ਦਰਦ 'ਚ ਮਤਲਬ ਕੀ ਹੈ ਸ਼ਰੀਕ ਨਹੀਂ ਹੁੰਦਾ, ਕੁਛ ਨਹੀਂ ਪੁੱਛਦਾ ਕੋਈ ਆਪਾਂ ਨੂੰ। ਬਟ ਸਵਿਟਜ਼ਰਲੈਂਡ 'ਚ ਆਈ ਨਹੀਂ ਹੁੰਦਾ। ਸਵਿਟਜ਼ਰਲੈਂਡ 'ਚ ਬੰਦੇ ਚੁਣ ਕੇ ਭੇਜ ਤਾਂ ਦਿੰਦੇ ਆ ਪਾਰਲੀਮੈਂਟ 'ਚ ਆਪਦੇ ਦੇਸ਼ ਦੀ 'ਚ, ਬਟ ਉੱਥੇ ਪਾਰਲੀਮੈਂਟ ਨੇ ਕੀ ਕਰਨਾ ਹੈ, ਕਿਹੜਾ ਬਿੱਲ ਪਾਸ ਕਰਨਾ ਹੈ, ਉਹ ਵੀ ਉੱਥੇ ਲੋਕ ਦੱਸਦੇ ਆ। ਸੋ ਇੱਥੇ ਲੋਕਾਂ ਕੋਲ ਹੀ ਪਾਵਰ, ਲੋਕਾਂ ਨੇ ਪਹਿਲਾਂ ਕਿਤੇ ਮਤਲਬ ਇਹ ਮਤਾ ਪਾਸ ਕਰਵਾਇਆ ਹੀ ਨਹੀਂ ਤੇ ਆਪਾਂ ਮੈਂਬਰ ਬਣ ਜਾਓ। ਉਹਨੂੰ ਪਤਾ ਵੀ ਕਿਉਂ ਬਿਨਾਂ ਗੱਲੋਂ ਖਰਚਾ ਪਾਣੀ ਕਰਨਾ, ਤੇ ਇਹ ਗੱਲ ਨਹੀਂ ਬਾਤ ਨਹੀਂ ਵੀ ਤੁਸੀਂ ਆਪਦਾ ਘਰੇ ਰਹੋ, ਸੁੱਖ ਸ਼ਾਂਤੀ ਨਾਲ ਰਹੋ, ਆਪਾਂ ਕਿਸੇ ਨਾਲ ਕਲੇਸ਼ ਪਾਓ ਹੀ ਨਾ। ਜਦੋਂ ਆਪਾਂ ਕਿਸੇ ਨਾਲ ਕਲੇਸ਼ ਹੀ ਨਹੀਂ ਪਾਉਂਦੇ ਤਾਂ ਆਪਾਂ ਫਿਰ ਇਹਦਾ ਮੈਂਬਰ ਬਣ ਕੇ ਕਰਨਾ ਕੀ ਹੈ। ਫਿਰ ਜਦੋਂ ਸਾਰੇ ਲਗਭਗ ਦੁਨੀਆ ਮੈਂਬਰ ਬਣ ਹੀ ਗਏ, ਫਿਰ ਉਹਨੂੰ ਲੱਗਿਆ ਯਾਰ ਵੀ ਹੁਣ ਆਪਾਂ ਇਕੱਲੇ ਐਵੇਂ ਬਿਨਾਂ ਕੋਈ ਸਾਰੇ ਝਾਕੀ ਜਾਂਦੇ ਆ, ਤੇ ਸਾਰੇ ਝਾਕਣ 'ਚ ਲੱਗ ਜਾਣ, ਫਿਰ ਤੁਹਾਨੂੰ ਪਤਾ ਕੁਛ ਖਾਧਾ ਪੀਤਾ ਹੀ ਨਹੀਂ ਜਾਂਦਾ ਹੁੰਦਾ ਨਾ ਵਿਆਹਾਂ 'ਚ, ਵੀ ਸਾਰੇ ਮੇਜ਼ ਤੇ ਝਾਕੀ ਜਾਂਦੇ, ਕੱਚੇ ਜਿਹੇ ਹੋਣ ਲੱਗ ਗਏ ਵੀ ਚੱਲ ਠੀਕ ਹੈ ਯਾਰ ਆਪਾਂ ਇਹ ਮੈਂਬਰ ਬਣ ਜਾਓ, ਕਿਉਂ ਐ ਬਿਨਾਂ ਗੱਲੋਂ ਦੁਨੀਆ ਆਪਣੀ ਝਾਕੀ ਜਾਂਦੀ ਹੈ। ਫਿਰ ਕਦੇ ਜਾ ਕੇ ਧੱਕੇ ਨਾਲ ਬਸ ਇਹ ਮੈਂਬਰ ਬਣ ਗਏ।
ये बस एक्स्ट्रा पॉइंट है, वैसे खास इंपॉर्टेंट नहीं हैगा। चलो फिर बच्चा आप ये देखना है भी यूनाइटेड नेशन दा हैडक्वार्टर किथे है। यूनाइटेड नेशन दा बच्चों हैडक्वार्टर किथे है, तो आपां डिक्लावांगे न्यूयॉर्क, न्यूयॉर्क। बट ये पेपर वाला नहीं पूछूगा, इन्ना सौखा सौ पूछ लिया तो अपन फिर खुश होने की लोड़ भी नहीं, क्योंकि ये तो हर एक ही टिक लाया होगा। तो ये सवाल तो आप कंपीटीशन की रेस चो बाहर ही हो जाऊगा भी ये तो कंपीटीशन रेस। हाँ ਜਿਹੜੇ ਬੰਦੇ ਨੇ ਇਹ ਸਵਾਲ ਗਲਤ ਟਿਕ ਲਾਤਾ ਉਹ ਰੇਸ ਚੋਂ ਪੱਕਾ ਬਾਹਰ ਹੈ, ਉਹ ਇੱਕ ਨੰਬਰ ਇਹਦੀ ਭਰਪਾਈ ਕਰ ਨਹੀਂ ਸਕਦਾ, ਉਹ ਰੇਸ ਚੋਂ ਬਾਹਰ ਹੋ ਜਾਊਗਾ। ਬਟ ਤੁਸੀਂ ਇਹ ਯਾਦ ਰੱਖਣਾ ਹੈ ਵੀ ਭਾਈ ਇੱਕ ਤਾਂ ਇਹਦਾ ਹੈੱਡਕੁਆਰਟਰ ਹੈਗਾ ਮੇਨ, ਤੇ ਦੁਨੀਆ ਦੇ ਵਿੱਚ 4 ਰੀਜਨਲ ਹੈੱਡਕੁਆਰਟਰ ਹੈ, ਉਹ ਲਿਖ ਕੇ ਰੱਖ ਲਓ। ਇਟ ਹੈਜ਼ 4 ਰੀਜਨਲ ਹੈੱਡਕੁਆਰਟਰ। ਯੂਨਾਈਟਿਡ ਨੇਸ਼ਨ ਦੇ 4 ਰੀਜਨਲ ਹੈੱਡਕੁਆਰਟਰ ਆ ਬੱਚੋ भी ਵੱਖ-ਵੱਖ ਮੁਲਕਾਂ ਦੇ ਵਿੱਚ। ਉਹ 4 ਕਿਹੜੇ ਨੇ? ਜਨੇਵਾ, ਫਿਰ ਬੱਚੋ ਆਪਣਾ ਆ ਗਿਆ ਵਿਆਨਾ, ਤੇ ਫਿਰ ਆਪਣਾ ਆ ਗਿਆ ਨੈਰੋਬੀ, ਤੇ ਫਿਰ ਆਪਣਾ ਆ ਗਿਆ ਹੇਗ। ਇਹਨੂੰ ਪ੍ਰੋਨਾਂਸ ਆਪਾਂ ਹੇਗ ਕਰਨਾ, ਠੀਕ ਹੈ, ਕੁਝ ਹੋਰ ਨਾ ਕਰ ਲਿਓ। ਮੇਰੇ ਕਹਿਣ ਦਾ ਮਤਲਬ ਇਹ ਹੈ ਆਪਾਂ ਕਰਨਾ ਹੇਗ। ਹਰਾ ਪੈਨ ਨਾ ਵਰਤ ਕੇ ਦੇਖੀਏ, ਹਰਾ ਪੈਨ ਵਰਤਣਾ, ਹਰਾ ਪੈਨ। ਜਨੇਵਾ ਬੱਚੋ ਕਿੱਥੇ ਆਪਣਾ? ਸਵਿਟਜ਼ਰਲੈਂਡ ਦੇ ਵਿੱਚ। ਇੱਕ ਵਾਰ ਤੁਹਾਨੂੰ ਸਾਰਾ ਲਿਖਾਉਣਾ ਪੈਂਦਾ, ਜਿਨ੍ਹਾਂ ਬੱਚਿਆਂ ਨੂੰ ਆਉਂਦਾ ਉਹ ਕੌੜ ਕੇ ਨਾ ਝਾਕਿਓ। ਜਨੇਵਾ ਕਿੱਥੇ ਬੱਚੋ? ਸਵਿਟਜ਼ਰਲੈਂਡ ਦੇ ਵਿੱਚ ਹੈ। ਵਿਆਨਾ ਕਿੱਥੇ ਹੈ? ਆਸਟਰੀਆ ਦੇ ਵਿੱਚ ਹੈ। ਵਿਆਨਾ ਕਿੱਥੇ ਹੈ? ਆਸਟਰੀਆ ਦੇ ਵਿੱਚ ਹੈ। ਤੇ ਨੈਰੋਬੀ ਕਿੱਥੇ ਹੈ ਬੱਚੋ? ਕੀਨੀਆ ਦੇ ਵਿੱਚ ਹੈ। ਤੇ ਆਪਣਾ ਹੇਗ ਕਿੱਥੇ ਹੈ? ਨੀਦਰਲੈਂਡਸ, ਨੀਦਰਲੈਂਡ। ਸਮਝ ਗਏ? ਫਿਰ ਸਾਰੇ ਕੀਮਤੀ ਪੁਆਇੰਟ ਆਪਾਂ ਰੱਖਣੇ ਯਾਦ। ਨੈਰੋਬੀ ਕੀਨੀਆ ਦੇ ਵਿੱਚ ਹੈ, ਹੇਗ ਨੀਦਰਲੈਂਡ ਦੇ ਵਿੱਚ ਹੈ, ਵਿਆਨਾ ਆਸਟਰੀਆ ਚ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ। ਸਮਝ ਗਏ? ਸੋ ਇਹ ਆਪਣੇ 4 ਰੀਜਨਲ ਹੈੱਡਕੁਆਰਟਰ ਹੈ। ਹੁਣ ਆਪਾਂ ਦੇਖਦੇ ਹਾਂ ਵੀ ਜਿਹੜੀ ਆਪਣੀ ਇਹ ਬਾਡੀ ਹੈ, ਜਿਹੜੀ ਬਾਡੀ ਯੂਨਾਈਟਿਡ ਨੇਸ਼ਨ, ਇਹ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਕੰਮ ਕਰਦੀ ਹੈ। ਭਾਸ਼ਾਵਾਂ ਬੋਲੇ ਤੋਂ ਯੂਨਾਈਟਿਡ ਨੇਸ਼ਨ ਦੀਆਂ ਕਿੰਨੀਆਂ ਆਫੀਸ਼ੀਅਲ ਲੈਂਗੁਏजेस ਹੈ। ਜਿਵੇਂ ਆਪਾਂ ਪੋਲਿਟੀ ਚ ਦੇਖਿਆ ਵੀ ਆਪਣੀਆਂ 22 ਹੈ, ਆਪਣੇ ਦੇਸ਼ ਨੇ ਕਿੰਨੀਆਂ? 22। उस तरीके ना आप देखना बच्चों इस दियां हैगियां 6। देयर आर 6 official languages, there are 6 official languages of UN। यूनाइटेड नेशन दियां 6 official languages ਹਨ। ਉਹ 6 बच्चों ਕਿਹੜੀਆਂ ਹਨ ਉਹ ਆਪਾਂ ਭਾਈ ਦੇਖ ਲੈਂਦੇ ਆ, क्योंकि 4 ऑप्शन दे के सुखना फिर आपां नूं पुछणगे। चाइनीज, चीनी, इंग्लिश, अंग्रेजी, चाइनीज, इंग्लिश, फ्रेंच, चाइनीज, इंग्लिश, फ्रेंच, रशियन, रूसी। रस्ता जाओ, चाइनीज है, इंग्लिश है, फ्रेंच है, रशियन है, तो फिर अपनी आ गई स्पेनिश। चाइनीज, इंग्लिश, फ्रेंच, रशियन, स्पेनिश। फिर एंड पंजाबी। सच्ची ना पालियो डर्टी फेलोस। अरेबिक। वैसे पंजाबी जो होवे ਤਾਂ ਵਧੀਆ ਯੂਨਾਈਟਿਡ ਨੇਸ਼ਨ ਦੇ ਵਿੱਚ ਰੌਣਕਾਂ ਲੱਗਣਗੀਆਂ, ਗਾਲਾਂ ਗੂਲਾਂ ਚੱਲਣਗੀਆਂ, ਬਿਕੋਜ਼ ਆਪਣੇ ਪੰਜਾਬੀ ਭਾਸ਼ਾ ਬਹੁਤ ਪਿਆਰੀ ਮੰਨੀ ਜਾਂਦੀ ਹੈ। ਜਿਵੇਂ ਹਿੰਦੀ ਭਾਸ਼ਾ ਨੂੰ ਕਹਿ ਦਿੰਦੇ ਆ ਬੇਸ਼ੱਕ ਦੀ ਬੰਦਾ ਗਾਲ ਕੱਢਦਾ ਹੋਵੇ ਪਰ ਫਿਰ ਜਿਹਦੀ ਲੱਗਦਾ ਨਹੀਂ, ਬਟ ਪੰਜਾਬੀ 'ਚ ਬੰਦਾ ਊਂ ਹੀ ਬੋਲਦਾ ਹੋਵੇ ਐਂ ਲੱਗਦਾ ਵੀ ਗਾਲੀ ਪਈ ਜਾਂਦਾ। ਪੰਜਾਬੀ ਭਾਸ਼ਾ ਥੋੜ੍ਹੀ ਜਿਹੀ ਮਤਲਬ ਰੋਹ ਵਾਲੀ ਭਾਸ਼ਾ ਯਾਰ, ਮਾੜੀ ਮੋਟੀ ਗੱਲ ਥੋੜ੍ਹੀ ਹੈ। ਤੁਹਾਨੂੰ ਪਤਾ ਫਿਰ ਮਾੜੀ ਮੋਟੀ ਗੱਲ ਤਾਂ ਆਪਾਂ ਕਰਾਂਗੇ, ਭਾਵੇਂ ਤਾਂ ਆਪਾਂ ਵੀ ਕਰੀ ਜਾਂਦੇ ਹਾਂ। ਤਾਂ ਕਰਕੇ ਕਹਿੰਦੇ ਆ ਵੀ ਯੂਨਾਈਟਿਡ ਨੇਸ਼ਨ ਦੇ ਵਿੱਚ ਜੇ ਵਧੀਆ ਇਹਨਾਂ ਨੇ ਮਤਲਬ ਮਨੋਰੰਜਨ ਕਰਨਾ, ਵਧੀਆ ਆਪਸ 'ਚ ਗੱਲਾਂ ਬਾਤਾਂ ਕਰਨੀਆਂ, ਜਫੋ ਜਫੀ ਹੋਣਾ, ਤਾਂ ਪੰਜਾਬੀ ਹੋਣੀ ਚਾਹੀਦੀ ਹੈ। ਬਟ ਹੈ ਨਹੀਂ, ਠੀਕ ਹੈ ਵੀ ਚਾਈਨੀਜ਼ ਹੈ, ਇੰਗਲਿਸ਼ ਹੈ, ਫਰੈਂਚ ਹੈ, ਰਸ਼ੀਅਨ ਹੈ, ਸਪੈਨਿਸ਼ है तो अरेबिक है। बस ये आप बच्चों को यूनाइटेड नेशन नहीं पढ़ रहे, तो स्टार्ट करनी है, ये तो हले आप कर रहे हैं इंट्रोडक्शन। हुण आप देखना है जी आप एडी धाकड़ बॉडी का इंट्रोडक्शन करी जाने हैं, ये आपां नूं भाई बॉडी का नाम यूनाइटेड नेशन दिता किने है? ये दिता है अमेरिका के राष्ट्रपति फ्रैंकलिन रूसवेल्ट ने। सो अगला पॉइंट लिख के रखो, यूएस president, US president Franklin, US president Franklin Roosevelt। ਇਹ ਅਮਰੀਕਾ ਦਾ
ਉਸ ਸਮੇਂ ਦਾ ਰਾਸ਼ਟਰਪਤੀ ਹੈ। ਇਹਨੇ ਇਹ ਨਾਮ ਦਿੱਤਾ। US ਪ੍ਰੈਜ਼ੀਡੈਂਟ ਫ੍ਰੈਂਕਲਿਨ ਰੂਜ਼ਵੈਲਟ devised the name, ਇਹਨੇ ਹੀ ਨਾਮ ਬਣਾ ਕੇ ਦਿੱਤਾ। devised the name United Nation। तो यूनाइटेड नेशन नाम किसने दिया? तो आप डिक्लावांगे फ्रैंकलिन रूजवेल्ट। सुनो मैं एक पॉइंट होर घैंट दसना चाहना है। ਜਿਹੜਾ ਬੱਚਾ ਆਪਣਾ ਨਾਮ ਸੀ ਲੀਗ ਆਫ ਨੇਸ਼ਨ, ਜਿਹੜੀ ਕਿ ਫਸਟ ਵਰਲਡ ਵਾਰ ਤੋਂ ਬਾਅਦ ਬਣੀ ਹੈ, ਲੀਗ ਆਫ ਨੇਸ਼ਨ ਦਾ ਨਾਮ ਵੀ ਕਿਹਨੇ ਦਿੱਤਾ ਸੀ? ਨਹੀਂ, ਇਹਨੇ ਨਹੀਂ ਕਮਲਿਓ, ਕਾਲੀ ਨਾ ਕਰਿਆ ਕਰੋ। ਉਹ ਨਾਮ ਦਿੱਤਾ ਸੀ ਅਮਰੀਕਾ ਦੇ ਰਾਸ਼ਟਰਪਤੀ ਨੇ ਹੀ, ਜਿਹਦਾ ਨਾਮ ਕੀ ਹੈ? ਵੁਡਰੋ ਵਿਲਸਨ। ਵੁਡਰੋ ਵਿਲਸਨ। ਸਮਝ ਗਏ? तो नाल बच्चों सारे पॉइंट आप रखने हैं याद। बाकी तुहानूं पता ही है हर एक ऑर्गेनाइजेशन का, हर एक मुल्क का आपो अपना की हुंदा है झंडा। जिवें आपां आपदे मुल्क का झंडा पढ़ांगे, आपां आपदे नैशनल सिंबल पढ़ांगे, नैशनल फ्लैग बारे पढ़ांगे, नैशनल एंथम बारे पढ़ांगे, नैशनल सॉन्ग बारे पढ़ांगे। उस तरीके नाल दुनिया जिहड़ी सब तो वड्डी घैंट बॉडी है, इन्हां ने आपदा जे पुछया भी भाई फ्लैग कदों अडॉप्ट कीता है, तां आपां टिक लावांगे 20 अक्तूबर 1947। क्या साल है? यूनाइटेड नेशन adopted their flag। यूनाइटेड नेशन ने आपदा झंडा कदों अडॉप्ट किया है? तां आपां टिक लावांगे 20 अक्तूबर 1945। सो बच्चों ਆਪਾਂ ਅੱਜ ਦੀ ਕਲਾਸ ਦੇ ਵਿੱਚ ਹੀ ਆਪਾਂ ਤਿੰਨ ਤਰੀਕਾਂ ਦੇਖ ਚੁੱਕੇ ਹਾਂ, ਹੈ ਨਾ ਕਮਾਲ। ਤਿੰਨ ਤਰੀਕਾਂ ਆਪਾਂ ਦੇਖਿਆ। ਪਹਿਲਾਂ ਕਦੋਂ ਬਣੀ ਹੈ? 24 ਅਕਤੂਬਰ 1945 ਨੂੰ। ਚਾਰਟਰ ਕਦੋਂ ਸਾਈਨ ਕੀਤਾ ਗਿਆ? 26 ਜੂਨ 1945 ਨੂੰ। ਝੰਡਾ ਕਦੋਂ ਇਹਨੇ ਆਪਦਾ ਅਡਾਪਟ ਕੀਤਾ? 20 ਅਕਤੂਬਰ 1947। ਉਹ 45 ਹੈ ਤੇ 47 ਹੈ। ਇਹ ਨਾਮ ਦਿੱਤਾ ਕਿਹਨੇ ਹੈ? ਫ੍ਰੈਂਕਲਿਨ ਰੂਜ਼ਵੈਲਟ ਨੇ। ਲੀਗ ਆਫ ਨੇਸ਼ਨ ਕੀ ਦਿੱਤਾ ਹੈ? ਵੁਡਰੋ ਵਿਲਸਨ ਨੇ। ਕਿੰਨੇ ਮੈਂਬਰ ਹੈ? 193। ਪਹਿਲਾਂ ਕਿੰਨੇ ਆ? 51। ਕਿੰਨੀ ਆਫੀਸ਼ੀਅਲ ਲੈਂਗੁਏਜ ਹੈ? 6। कुछ भी नहीं। हैडक्वार्टर कितने है? न्यूयॉर्क। 4 होर है, जिनेवा, वियना, नैरोबी ते हेग। पक्का निबड़ गया। सो जी हुण करदे आपां स्टार्ट भी जदों आपां यूनाइटेड नेशन की गल करते हैं, ये बॉडी है, तो इहदे आपां की पढ़ने हैं? अंग पढ़ने हैं भी किहड़े अंगां नूं मिला के आपां यूनाइटेड नेशन बोलदे हां। वो चीज़ आपां देखण जा रहे हैं। हुण चीज़ हुंदी है मेन धमाकेदार स्टार्ट। देखो there are 6। वैसे मैं तुहानूं 3 मेन कहना हुंदा है, वैसे मेन 3 ही है, कुछ शक वाली गल नहीं। ਜਿਹੜੇ ਤੁਸੀਂ ਆਮ ਤੌਰ ਤੇ ਆਪਦੀ ਡੇਲੀ ਲਾਈਫ 'ਚ ਸੁਣੇ ਹੋਣਗੇ ਨਾ, ਉਹ ਵੀ 3 ਹੀ ਹੋਣਗੇ। there are 6 principal organs of United Nation। ਵੀ ਯੂਨਾਈਟਿਡ ਨੇਸ਼ਨ ਦੇ ਬੱਚੋਂ 6 ਮੁੱਖ ਅੰਗ ਹਨ। ਤੇ ਉਹ 6 ਮੁੱਖ ਅੰਗ ਕਿਹੜੇ ਹਨ? ਇਹ ਤੁਹਾਨੂੰ ਪੇਪਰ ਵਾਲਾ ਬੱਚੋ ਸਿੱਧਾ 4 ਆਪਸ਼ਨ ਦੇ ਕੇ ਪੁੱਛ ਸਕਦਾ ਹੈ ਵੀ ਇਹਦੇ ਵਿੱਚੋਂ ਕਿਹੜਾ ਆਰਗਨ ਹੈਗਾ ਤੇ ਕਿਹੜਾ ਆਰਗਨ ਹੈ ਨਹੀਂ। ਸੋ ਬਹੁਤ ਧਿਆਨ ਨਾਲ ਯਾਦ ਕਰਨਾ ਹੁੰਦਾ ਵੀ ਆਪਾਂ ਇਹ ਆਪਣੇ ਕਿਹੜੇ ਕਿਹੜੇ ਹੈ? UN ਜਨਰਲ ਅਸੈਂਬਲੀ, UN ਜਨਰਲ ਅਸੈਂਬਲੀ। फिर बच्चा अपना आ गया UN सिक्योरिटी काउंसिल। इसे तरकीब वाइज पढ़ांगे आपां। दोने धमाकेदार ऑर्गन दिल दिमाग। यूनाइटेड नेशन वैसे कला ही बोल सकते हैं आपां, यूनाइटेड नेशन जनरल असेंबली, यूनाइटेड नेशन सिक्योरिटी काउंसिल, यूनाइटेड नेशन इंटरनेशनल कोर्ट ऑफ जस्टिस। जेकर किसी बच्चे ने वधिया नॉलेज हैगी यूनाइटेड नेशन की, ਤਾਂ ਉਹਨਾਂ ਨੇ ਇਹ ਤਿੰਨੇ ਆਰਗਨ ਪੱਕਾ ਕਰੰਟ ਅਫੇਅਰ ਸੈਕਸ਼ਨ 'ਚ ਸੁਣੇ ਹੋਣਗੇ। ਅਸੈਂਬਲੀ ਦੀ ਮੀਟਿੰਗ ਹੋ ਰਹੀ ਹੈ, ਸਿਕਿਉਰਿਟੀ ਕਾਉਂਸਲ ਨੇ ਆਹ ਮਤਾ ਪਾਸ ਕਰਵਾਤਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਕੇਸ ਚੱਲੀ ਜਾਂਦਾ। ਇਹ ਤਿੰਨਾਂ ਜ਼ਿਕਰ ਹੋਊ ਕਰੰਟ ਅਫੇਅਰ ਤਿੰਨਾਂ ਦਾ। ਫਿਰ ਆਪਣੇ ਆ ਗਿਆ ਬਚਾ ਖੁਚਾ ਜਿਹਾ ਸਮਾਨ ਆ ਗਿਆ UN इकोनॉमिक एंड सोशल काउंसिल, जिसको बच्चों हम शॉर्ट में ਆਪਾਂ नहीं पेपर वाला बोल देगा इकोसोक। फिर उत्थे पेपर मूँह सुक जाता है भी आ इकोसोक किहड़ा आ गया, उस तरह तो लिखा ही नहीं सी, इस नूं इकोसोक कह दिंदे आ। इस नूं पेपर दे विच ऐं भी पा दिंदे आ, इस नूं पेपर दे विच ICJ भी पा दिंदे आ। फिर अपना आ गया यूनाइटेड नेशन ट्रस्टीशिप काउंसिल।
ਇੱਥੇ ਤਾਂ ਆਪਾਂ ਨੂੰ ਟਰਸਟ ਰਿਹਾ ਨਹੀਂ, ਬਸ ਸਮਝ ਗਏ ਹੋਗੇ ਤੁਸੀਂ। ਜਦੋਂ ਪੜਾਉਂਗਾ ਮੈਂ ਦੱਸੂਗਾ, ਇਹ 6 ਦੇ 6 ਆਰਗਨ ਤੁਹਾਡੇ ਸਾਹਮਣੇ ਖੋਲ ਕੇ ਰੱਖ ਦੂੰਗਾ ਬੱਚੋ। ਫਿਰ ਆਪਣਾ ਆ ਗਿਆ ਬਾਪਚੀ, ਸਾਰੀ ਯੂਨਾਈਟਿਡ ਨੇਸ਼ਨ ਦਾ ਹੈਡ, ਜਿਹਨੂੰ ਕੀ ਬੋਲਦੇ ਆਪਾਂ, ਸੈਕਟਰੀਏਟ, ਯੂਨਾਈਟਿਡ ਨੇਸ਼ਨ ਸੈਕਟਰੀਏਟ। ਸੋ ਇਹ ਬੱਚੋ 6 ਆਰਗਨ ਹੈ ਜਿਹੜੇ ਆਪਾਂ ਪੜ੍ਹਨੇ ਹੈ। ਅਸੈਂਬਲੀ ਹੈ, ਸਿਕਿਉਰਿਟੀ ਕਾਉਂਸਲ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਇਕਨੋਮਿਕ ਐਂਡ ਸੋਸ਼ਲ ਕਾਉਂਸਲ ਹੈ, ਟਰਸਟੀਸ਼ਿਪ ਕਾਉਂਸਲ ਹੈ ਤੇ ਸੈਕਟਰੀਏਟ ਹੈ। ਸਮਝ ਗਏ? ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਸਮਝ ਗਏ ਵੀ? ਚਲੋ ਫਿਰ ਹੁਣ ਆਪਾਂ 1 ਬਾय 1 ਕਰਦੇ ਹਾਂ ਸਟਾਰਟ। ਪਹਿਲਾ ਆਰਗਨ ਸਿਕਿਉਰਿਟੀ ਕਾਉਂਸਲ। ਸਿਕਿਉਰਿਟੀ ਨਹੀਂ, ਪਹਿਲਾਂ ਆਪਾਂ ਅਸੈਂਬਲੀ ਪੜ੍ਹ ਗਏ ਯਾਰ, ਪਹਿਲਾਂ ਅਸੈਂਬਲੀ ਪੜਾਂਗੇ। ਜੋ ਆਪਾਂ ਲਿਖਿਆ ਉੱਥੇ ਅਸੈਂਬਲੀ ਹੈ, ਸੀਕੁਐਂਸ ਨੂੰ ਖਰਾਬ ਨਹੀਂ ਕਰਾਂਗੇ ਆਪਾਂ। UN ਜਨਰਲ ਅਸੈਂਬਲੀ। ਲਓ ਵੀ ਮੁੰਡਿਓ, ਪਹਿਲੀ ਗੱਲ ਤਾਂ UN ਜਨਰਲ ਅਸੈਂਬਲੀ ਨੂੰ ਬੋਲਿਆ ਕੀ ਜਾਂਦਾ ਹੈ? ਇਹਨੂੰ ਬੋਲਦੇ ਆ ਪਾਰਲੀਮੈਂਟ ਆਫ ਦਾ ਵਰਲਡ। ਇਹਦਾ ਮਤਲਬ ਕੀ ਹੈ? ਜਿਵੇਂ ਆਪਣੇ ਦੇਸ਼ ਦੀ ਪਾਰਲੀਮੈਂਟ ਹੈ, ਹਰ ਮੁਲਕ ਦੀ ਆਪੋ ਆਪਣੀ ਪਾਰਲੀਮੈਂਟ ਹੈ। ਆਪਾਂ ਆਪਣੇ ਦੇਸ਼ ਦੀ ਪਾਰਲੀਮੈਂਟ 'ਚ ਕੀ ਕਰਦੇ ਆ? ਆਪਾਂ ਆਪਦੇ ਦੇਸ਼ ਦੇ ਮੁੱਦਿਆਂ ਤੇ ਡਿਸਕਸ਼ਨ ਕਰਦੇ ਆ, ਆਪਾਂ ਆਪਦੇ ਦੇਸ਼ ਦੇ ਉੱਤੇ ਬਿੱਲ ਪਾਸ ਕਰਦੇ ਆ। ਆਹੀ ਚੀਜ਼ ਮੇਨ ਹੁੰਦੀ ਹੈ। ਬਾਕੀ ਥੋੜਾ ਬਹੁਤ ਗਾਲੋਂ ਗਾਲੀ ਵੀ ਹੋ ਜਾਂਦੇ ਆ, ਜਮਾ ਸੇਮ ਪ੍ਰੋਸੈਸ ਹੈ। ਇਸੇ ਪਹਿਲੇ ਆਰਗਨ ਨੂੰ ਬੱਚੋ ਆਪਾਂ ਕੀ ਬੋਲਦੇ ਆ? ਆਪਾਂ ਬੋਲਦੇ ਆ ਅਸੈਂਬਲੀ। ਲਿਖੋ ਫਿਰ ਪਹਿਲਾ ਪੁਆਇੰਟ, it is called as parliament of the world. It is called as parliament of the world। ਇਹਨੂੰ ਦੁਨੀਆ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ। ਆਪਾਂ ਕੀ ਪੜਿਆ ਹੁੰਦਾ ਹੈ? ਸਭ ਨੇ ਪੜਿਆ ਹੋਊਗਾ ਇਸ ਵੀ ਭਾਈ ਪਾਰਲੀਮੈਂਟ ਦੇ ਆਪਣੇ ਸੈਸ਼ਨ ਹੁੰਦੇ ਆ। ਉਸੇ ਤਰੀਕੇ ਨਾਲ ਸਾਲ ਦੇ ਵਿੱਚ ਜਨਰਲ ਅਸੈਂਬਲੀ ਦਾ ਸੈਸ਼ਨ ਵੀ ਹੋਣਾ ਹੀ ਹੋਣਾ ਹੈ। ਮਹੀਨਾ ਫਿਕਸ ਹੈ, ਮੀਂਹ ਆਵੇ, ਹਨੇਰੀ ਆਵੇ, ਤੂਫਾਨ ਆਵੇ, ਕੁਛ ਵੀ ਹੋ ਜੇ, ਸੈਸ਼ਨ ਲਾਉਣਾ ਹੀ ਲਾਉਣਾ ਹੈ। ਮਤਲਬ ਲਿਖ ਕੇ ਰੱਖ ਲਓ, ਇਟ ਹੈਲਡ ਇਟਸ ਸੈਸ਼ਨ। ਵੀ ਇਹਨਾਂ ਦਾ ਸੈਸ਼ਨ ਆ ਬੱਚੋ, ਉਹ ਆਏ ਸਾਲ ਜਿਹੜਾ ਫਿਕਸ ਹੈ, ਹੋਣੀ ਹੋਣਾ। ਐਨੂਅਲੀ ਮਤਲਬ ਹੁੰਦਾ ਹੈ ਆਏ ਸਾਲ। ਇਨ ਸਤੰਬਰ ਮਹੀਨੇ ਦੇ ਵਿੱਚ ਜਨਰਲ ਅਸੈਂਬਲੀ ਦਾ ਸੈਸ਼ਨ ਫਿਕਸ ਹੈ ਬੱਚੋ। ਆ ਰਹੀ ਆਵਾਜ਼? ਸੈਸ਼ਨ ਕੀ ਹੈ? ਫਿਕਸ ਹੈ ਵੀ ਦਸੰਬਰ ਮਹੀਨੇ ਦੇ ਵਿੱਚ ਇਹਨਾਂ ਦਾ ਸੈਸ਼ਨ ਹੋਣੀ ਦਸੰਬਰ ਆਖੇ ਨੇ, ਸਤੰਬਰ ਮਹੀਨੇ ਦੇ ਵਿੱਚ ਇਹਨਾਂ ਦਾ ਸੈਸ਼ਨ ਕੀ ਹੈ? ਫਿਕਸ ਹੈ, ਹੋਣੀ ਹੋਣਾ। ਅਗਲਾ ਕੀਮਤੀ ਪੁਆਇੰਟ, ਜਿਹੜਾ ਬੱਚੋ ਇਹ ਸੈਸ਼ਨ ਹੈ, ਮਤਲਬ ਅਸੈਂਬਲੀ ਹੈ, ਇਸ ਅਸੈਂਬਲੀ ਦਾ ਇੱਕ ਹੁੰਦਾ ਪ੍ਰਧਾਨ ਤੇ 21 ਹੁੰਦੇ ਆ ਵਾਈਸ ਪ੍ਰੈਜ਼ੀਡੈਂਟ। ਇਹ ਸਭ ਤੋਂ ਬੈਸਟ ਪੁਆਇੰਟ ਹੈ, ਲਿਖ ਕੇ ਰੱਖ ਲਓ। ਇਟ ਕੰਸਿਸਟ ਆਫ one president and 21 vice president। ਵੀ ਅਸੈਂਬਲੀ ਦਾ ਇੱਕ ਹੁੰਦਾ ਪ੍ਰਧਾਨ ਤੇ 21 ਹੁੰਦੇ ਆ ਵਾਈਸ ਪ੍ਰਧਾਨ। ਤੇ ਸਾਰੇ ਪ੍ਰਧਾਨ ਜੀਓ ਇਹ ਪੁਆਇੰਟ ਬਹੁਤ ਧਿਆਨ ਨਾਲ ਲਿਖਣੇ ਹੈ, ਕਿਉਂਕਿ ਅਗਲਾ ਪੁਆਇੰਟ ਬਹੁਤ ਹੀ ਸੁਨਹਿਰੀ ਪੁਆਇੰਟ ਹੈ, ਗੋਲਡਨ ਪੁਆਇੰਟ ਹੈ। ਇੱਕ ਵਾਰ ਕਾਰਨਾਮਾ ਹੋ ਚੁੱਕਿਆ, ਇੱਕ ਵਾਰ ਵੀ ਇੱਕ ਹਿੰਦੁਸਤਾਨੀ ਵੀ ਆਪਣੇ ਮੁਲਕ ਦਾ ਵੀ ਅਸੈਂਬਲੀ ਦਾ ਪ੍ਰਧਾਨ ਬਣ ਚੁੱਕਿਆ ਹੈ। ਪ੍ਰਧਾਨ ਬੋਲੇ ਤੋਂ ਪ੍ਰੈਜ਼ੀਡੈਂਟ ਬਣ ਚੁੱਕਿਆ ਹੈ, ਤੇ ਉਸੇ ਦਾ ਨਾਮ ਸੁਨਹਿਰੀ ਅੱਖਰਾਂ 'ਚ ਕਿਉਂ ਲਿਖਿਆ ਗਿਆ ਹੈ? ਦੇਖੋ ਕੀ ਖਾਸ ਗੱਲ ਹੈ, ਇੱਕੋ ਹੀ ਬਣਿਆ ਕਿਉਂਕਿ ਉਹਨੇ ਰਿਕਾਰਡ ਕਾਇਮ ਕਰਤਾ। ਉਹ ਜਨਰਲ ਅਸੈਂਬਲੀ ਦੇ ਇਤਿਹਾਸ ਦੇ ਵਿੱਚ ਪਹਿਲੀ ਵੂਮਨ ਬਣ ਗਈ, ਪਹਿਲੀ ਵੂਮਨ ਆਪਣੇ ਮੁਲਕ ਤੋਂ। ਯਾਦ ਰੱਖਣਾ ਅਗਲਾ ਪੁਆਇੰਟ, ਵਿਜੇ ਲక్ష్ਮੀ ਪੰਡਿਤ। ਵਿਜੇ ਲక్ష్ਮੀ ਪੰਡਿਤ ਕੀ ਹੈ? was the first woman president of assembly। ਇਹ ਅਸੈਂਬਲੀ ਦੀ ਬੱਚੋ ਪਹਿਲੀ ਵੂਮਨ ਪ੍ਰਧਾਨ ਹੈ। ਤੇ ਸਭ ਤੋਂ ਵੱਡੀ ਗੱਲ ਕੀ ਹੈ? ਅੱਜ ਤੱਕ ਦੀ ਇਕਲੌਤੀ ਇੰਡੀਅਨ ਐਂਡ
ओनली इंडियन। आ खास पॉइंट है बच्चों, कहीं पूछणगे सर जी साल नहीं लिखाया 1953 बच्चों 53। तो ये सारे ही कीमती पॉइंट आपां रखने हैं याद। बट ਇੱਥੇ ਇੱਕ ਹੋਰ ਸਿਰੇ ਦਾ ਤੁਹਾਨੂੰ ਮੈਂ ਪੁਆਇੰਟ ਲਿਖਾਉਣ ਜਾ ਰਿਹਾ ਹਾਂ ਲਾਲ ਅੱਖਰਾਂ ਦੇ ਵਿੱਚ, ਉਹ ਵੀ ਰਿਕਾਰਡ ਆਪਣੇ ਇੰਡੀਅਨ ਦੇ ਨਾਮ ਤੇ ਹੈ। ਕਿਹੜਾ? ਯੂਨਾਈਟਿਡ ਨੇਸ਼ਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸਪੀਚ ਦੇਣ ਦਾ ਰਿਕਾਰਡ ਆਪਣੇ ਮੁਲਕ ਦੇ ਨੇਤਾ ਦੇ ਨਾਮ ਤੇ ਹੈ। ਇਹ ਤਾਂ ਮੈਂ ਨਾ ਬਿਨਾਂ ਪੜ੍ਹੇ ਵੀ ਆਪਾਂ ਟਿੱਕ ਲਾ ਆਉਂਦੇ ਯਾਰ। ਆਪਣੇ ਮੁਲਕ ਦੇ ਲੀਡਰਾਂ ਦਾ ਕੋਈ ਮੁਕਾਬਲਾ ਨਹੀਂ ਭਾਸ਼ਣ ਦੇਣ ਦੇ ਮਾਮਲੇ 'ਚ। ਸੁੱਖ ਨਾਲ ਆਪਣਾ ਲੀਡਰ ਤਾਂ ਆਪਣੇ ਉਦੋਂ ਵੀ ਘੈਂਟ ਸੀ, ਬੜੇ ਬਲਾਕਬਸਟਰ ਬੰਦੇ ਆ, ਕਿਉਂਕਿ ਉਦੋਂ ਪਰਿਸਥਿਤੀਆਂ ਹੋਰ ਸੀ, ਵਰਲਡ ਟੈਨਸ਼ਨਸ ਹੋਰ ਹੈ, ਪਾਕਿਸਤਾਨ ਚਾਈਨਾ। ਅੱਜ ਫਿਰ ਵੀ ਕੰਮ ਸਟੇਬਲ ਹੈ। ਅੱਜ ਸਰਕਾਰ ਵਿੱਚ ਥੋੜਾ ਬਹੁਤ ਮਤਲਬ ਕੀ ਹੈ, ਜਾਣ ਕੇ ਆਪ ਹੀ ਮਤਲਬ ਚੰਗਾਰੀ ਛਿੜੀ ਰੱਖਦੀ ਹੈ ਵੀ ਨਾਲ ਲੋਕ ਸਾਡੇ ਨਾਲ ਜੁੜੇ ਜਿਹੇ ਰਹਿਣਗੇ। ਬਟ ਉਸ ਸਮੇਂ ਤਾਂ ਇਹ ਗੱਲਾਂ ਅਸਲੀਅਤ ਹੁੰਦੀਆਂ ਸੀ। ਗਵਾਂਢ ਬਹੁਤ ਗੰਦਾ ਟੱਕਰਿਆ ਹੋਇਆ ਆਪਾਂ ਨੂੰ ਨਾ। ਚੱਕਰ ਇਹ ਹੈ, ਸੋ ਉਸ ਗਵਾਂਢ ਦੇ ਵਿੱਚ ਆਪਣੇ ਇੱਕ ਬੰਦੇ ਨੇ 8 ਘੰਟਿਆਂ ਦੀ ਸਪੀਚ ਦੇਤੀ ਬੱਲੀ, 8 ਘੰਟਿਆਂ ਦੀ। ਹੁਣ ਰੱਬ ਜਾਣਦਾ ਵੀ ਕਿਵੇਂ ਤਾਂ ਬੋਲਿਆ, ਕਿਉਂਕਿ ਤੁਹਾਨੂੰ ਕਹਿ ਦਿਓ ਕੀ ਖਾ ਕੇ ਬੋਲਿਆ। ਮੈਂ ਕਹਿੰਦਾ ਚਲੋ ਬੋਲ ਤਾਂ ਗਿਆ, ਵੀ ਸੁਣਿਆ ਕੀ ਨਹੀਂ ਹੋਊਗਾ ਯਾਰ। ਹੁਣ ਆਪਣੀ ਆ ਕਲਾਸ 40-45 ਮਿੰਟਾਂ ਦੀ ਹੁੰਦੀ ਹੈ, ਇਹਦੇ 'ਚ ਹੀ ਆਪਣਾ ਮਤਲਬ ਕਿਤੇ ਨਾ ਕਿਤੇ ਆਪਣਾ ਜਿਹੜਾ ਬੈਲੈਂਸ ਹੈ, ਜਾਂ ਆਪਾਂ ਕਹਿ ਦਈਏ ਵੀ ਆਪਣਾ ਦਿਮਾਗ ਹੈ, ਇਹ 'ਚ ਵੀ ਆਸੇ ਪਾਸੇ ਜਾਇਆ ਹੁੰਦਾ ਵਿੱਚ ਦੀ। ਤੁਸੀਂ ਹੋਰ ਸੋਚਣ ਲੱਗ ਜਾਂਦੇ ਹੋਵੋਗੇ। 8 ਘੰਟੇ ਤੁਸੀਂ ਕਹੋਗੇ ਐਡਾ ਵੱਡਾ ਕਿਹੜਾ ਮੁੱਦਾ ਹੈ? ਕਸ਼ਮੀਰ ਦਾ। ਇਹ ਕਸ਼ਮੀਰ ਦੇ ਮੁੱਦੇ ਦਾ ਹੱਲ ਕੱਢਣ ਵਾਸਤੇ ਮਤਲਬ ਆਪਾਂ ਤੁਹਾਨੂੰ ਪਤਾ ਹੀ ਹੈ, ਦੋਨੇ ਮੁਲਕ ਕਸ਼ਮੀਰ ਦਾ ਪੱਖ ਰੱਖਦੇ ਹੈ। ਉਧਰ ਪਾਕਿਸਤਾਨ ਵਾਲੇ ਪੱਖ ਰੱਖਦੇ ਹੈ, ਆਪਣਿਆਂ ਨੇ ਪੱਖਾ ਰੱਖਦਾ, ਆਪਣੇ ਨੇ ਏਸੀ ਰੱਖਤਾ 8 ਘੰਟਿਆਂ ਦਾ। ਤਾਂ ਕਰਕੇ ਆਪਾਂ VK ਕ੍ਰਿਸ਼ਨ ਮੈਨਨ ਨੂੰ ਕਹਿਣ ਲੱਗੇ ਹੀਰੋ ਆਫ ਕਸ਼ਮੀਰ। ਸੋ ਆਪਾਂ ਇੱਥੇ ਗੱਲ ਕਰ ਰਹੇ ਹਾਂ ਸੈਕਿੰਡ ਮੋਸਟ ਪਾਵਰਫੁਲ ਬੰਦਾ ਆਫ ਇੰਡੀਆ ਉਹਨਾਂ ਸਮਿਆਂ ਦੇ ਵਿੱਚ ਆਫਟਰ ਜਵਾਹਰ ਲਾਲ ਨਹਿਰੂ, ਜਿਹੜਾ ਆਪਣੇ ਮੁਲਕ ਦਾ ਡਿਫੈਂਸ ਮਿਨਿਸਟਰ ਵੀ ਰਿਹਾ VK ਕ੍ਰਿਸ਼ਨ ਮੈਨਨ। ਲਿਖ ਕੇ ਰੱਖ ਲਓ ਇਹਨੂੰ 1957, ਇਹਨੂੰ 1957 VK ਕ੍ਰਿਸ਼ਨ ਮੈਨਨ, VK ਕ੍ਰਿਸ਼ਨ मैनन। VK कृष्ण मैनन की करता है ने गेव द लॉन्गेस्ट स्पीच, सब तो वड्डी स्पीच का रिकॉर्ड कायम करता बंदे ने। कमाल ता यह है 8 घंटे 8 आवर। ते कुल मिला के आप फिर मैनन साहब नूं की कहन लग गए, इन्हां दा फिर टाइटल बन गया हीरो ऑफ कैश्मीर, हीरो ऑफ कैश्मीर। समझ गए? तो सारे पॉइंट बच्चा आपां रखने हैं याद। हुण इत्थे मैं तुहानूं एक सिरे दा केस होर लिखाउण जा रहे हैं। हुण मैं तुहानूं की लिखाता भी भाई असैंबली दा पहला सैशन होया है सितंबर दे विच, बट पेपर वाला बड़ी गंदी चीज़ हुंदी है। हुण जाण के पा देना पहला सैशन कदों होया, ऑप्शन च कदी तरीक सितंबर वाली दे देनी है, चुप करके भड़का देनी है। बट जो घरे आंसर की आऊगी फिर मैनू दे गाल ते गाल भी इन्हां ने लिखाया सी, इत्थे कुछ होर ही दसी जांदी है, क्योंकि पहला सैशन एक्सैप्शनल केस है। सब तो वड्डी गल की है, उदों न्यूयॉर्क वाली हले बिल्डिंग भी बनी आंदी सी, वो तो सैशन भी कित्थे रखिया सी बच्चों? लंडन च रखिया सी 10 जनवरी 1946 नूं। आ पॉइंट भी लिख के रखो। फर्स्ट सैशन was held on 10 जनवरी 1946, 10 जनवरी 1946 in लंडन। तो सारे कीमती पॉइंट मैं तो बार बार आखी जाना अज की क्लास के जड़ियाँ आप 3-4 तरीकां देखिया ना, ये पेपर के अकॉर्डिंग बहुत बहुत ज़्यादा कीमती है, बहुत ज़्यादा कीमती है। चाहे वो 26 जून 1945 है, आ 2 तरीकां सारे बच्चों वास्ते नवीं होंगियां। 26 जून 1945, एक फ्लैग वाली 20 अक्तूबर 1947, 3 तरीकां नवीं हो गई। आ तीजी है 10 जनवरी 1946 इन लंडन। समझ गए? तो सारे कीमती पॉइंट आप पहले और गंद याद रखने हैं। एक चीज होर भी है, जिहड़ा इत्थे आ प्रधान बनदा हुंदा है ना, आह प्रधान वाइस प्रधान ये बनते होंगे 1-1 सालां वास्ते फॉर द टर्म ऑफ 1 ईयर। केवल जान के पाते हैं भी असैंबली का प्रधान 5 सालों वास्ते बनता है कि महीने वास्ते बनता है कि साल वास्ते बनता है। तो आप करावांगे
1 ਸਾਲ ਵਾਸਤੇ। वैसे मेन ਕਿਹੜਾ ਹੁੰਦਾ है, मेन ਤਾਂ यार आह है UN सैक्रेटरीएट, ਇਹਦਾ ਜਿਹੜਾ ਸੈਕਟਰੀ ਆ ਉਹ ਬਾਪਚੀ ਹੁੰਦਾ ਹੈ, ਇਹ ਰਹਿੰਦਾ 5 ਸਾਲ। ਇੱਥੇ ਪੜਾਂਗੇ ਸਾਰੇ ਆਪਾਂ ਅੰਤੋਨੀਓ ਗੁਤਰਸ, ਡੈਗ ਹੈਮਰਕਸਡੋਲਡ, ਜੂ ਥੈਂਟ, ਘੈਂਟ ਘੈਂਟ ਬੰਦੇ ਪੜਾਂਗੇ। ਤੁਸੀਂ ਕਾਫੀ ਅਨਾਨ, ਤੁਸੀਂ ਜਾਂ ਬਨ ਕੀ ਮੂਨ ਪੱਕਾ ਸੁਣਿਆ ਹੋਗਾ, ਬਨ ਕੀ ਮੂਨ, ਕਿਉਂਕਿ ਉਹ ਲਗਾਤਾਰ 2 ਵਾਰੀ ਬਣ ਗਿਆ ਸੀ ਬੰਦਾ ਉਹ। ਫਿਰ ਆਪਾਂ ਤ੍ਰਿਗਵਲਾਈ, ਆਹ ਬੰਦੇ ਹੁੰਦੇ ਆ ਜਿਹਨੂੰ ਬੋਲਦੇ ਆਪਾਂ ਸੈਕਟਰੀ। ਮੈਂ ਤਾਂ ਦੱਸ ਰਿਹਾ, ਉਹ ਕਾਹੇ ਬੱਚਿਆਂ ਦੇ ਦਿਮਾਗ 'ਚ ਹੋਊਗਾ ਕਿ ਸਰ ਨੇ ਇੱਥੇ ਪ੍ਰਧਾਨ ਪ੍ਰਧੂਨ ਹੋਰ ਤਾਂ ਲਿਖਾਏ ਨਹੀਂ, ਉਹ ਸੈਕਟਰੀ ਹੁੰਦੇ ਆ, ਉਹ ਅਸੈਂਬਲੀ ਦੇ ਪ੍ਰਧਾਨ ਨਹੀਂ ਹੁੰਦੇ। ਸਮਝ ਗਏ ਬੱਚੋ। ਸੋ ਇਹ ਸਾਰੇ ਹੀ ਕੀਮਤੀ ਪੁਆਇੰਟ ਆਪਾਂ ਰੱਖਣੇ ਆ ਯਾਦ। ਹੁਣ ਆਪਾਂ ਦੇਖਦੇ ਹਾਂ ਫਿਰ ਦੂਸਰਾ ਧਾਕੜ ਆਰਗਨ। हाँ ਹੁਣ ਆਪਾਂ ਪੜ੍ਹਦੇ ਹਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ। ਬਣਾਓ ਫਿਰ ਹੈਡਿੰਗ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ। ਇਸ ਆਰਗਨ ਦਾ ਬੱਚੋ ਕੀ ਕੰਮ ਹੈ, ਨਾਮ ਤੇ ਪਤਾ ਲੱਗ ਗਿਆ ਸਿਕਿਉਰਿਟੀ। ਇਸ ਆਰਗਨ ਨੂੰ ਕੀ ਬੋਲਦੇ ਆ, ਪੁਲਿਸਮੈਨ ਆਫ ਦਾ ਵਰਲਡ। ਜਿਵੇਂ ਆਪਾਂ ਉਧਰ ਕੀ ਬੋਲਿਆ ਸੀ, ਪਾਰਲੀਮੈਂਟ ਆਫ ਦਾ ਵਰਲਡ, ਪਹਿਲਾਂ ਹੀ ਲਿਖ ਕੇ ਰੱਖ ਲਓ। ਇਟ ਇਜ਼ ਕਾਲਡ ਐਜ਼, ਇਟ ਇਜ਼ ਕਾਲਡ ਐਜ਼ ਪੁਲਿਸਮੈਨ ਆਫ ਵਰਲਡ। ਇਹਨੂੰ ਪੁਲਿਸਮੈਨ ਆਫ ਵਰਲਡ ਕਹਿੰਦੇ ਆ ਕਿਉਂਕਿ ਆਪਾਂ ਨੂੰ ਬੱਚੋ ਇਹਦਾ ਨਾਮ ਤੇ ਪਤਾ ਲੱਗੀ ਜਾਂਦਾ ਹੈ ਵੀ ਇਸ ਆਰਗਨ ਦਾ ਕੀ ਕੰਮ ਹੈ। ਇਹ परिषद, ਕੌਂਸਲ ਮਤਲਬ परिषद, ਇਹ ਸੁਰੱਖਿਆ परिषद ਹੈ। ਉਹ ਪਾਰਲੀਮੈਂਟ ਹੈ, ਸੰਸਦ ਕਹਿ ਲਓ ਯੂਨਾਈਟਿਡ ਨੇਸ਼ਨ ਦੀ। ਜਿਹੜਾ ਪਹਿਲਾ ਆਰਗਨ ਹੈ ਇਹ ਸਮਝ ਲਓ ਇਹਨਾਂ ਦੀ ਆਰਮੀ ਹੈ, ਇਹਨਾਂ ਦੀ ਪੁਲਿਸ ਹੈ। ਹੁਣ ਸਭ ਤੋਂ ਵੱਡੀ ਗੱਲ ਕੀ ਹੈ, ਇਹਦਾ ਕੰਮ ਨਾਮ ਤੇ ਪਤਾ ਲੱਗ ਗਿਆ ਵੀ ਇਹਦਾ ਕੰਮ ਕੀ ਹੈ, ਟੂ ਮੇਨਟੇਨ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਫਿਰ ਵੀ ਚਲੋ ਮੇਰਾ ਲਿਖਣ ਦਾ ਫਰਜ਼ ਬਣਦਾ है ਇਹਦੀ रिस्पॉन्सिबिलिटी की है, इट्स रिस्पॉन्सिबिलिटी, इसका रिस्पॉन्सिबिलिटी क्या है, यूनाइटेड नेशन सिक्योरिटी काउंसिल दा इट्स रिस्पॉन्सिबिलिटी is to maintain, is to maintain international peace and security, is to maintain international peace and security। यही ਇਹਦਾ ਮੇਨ ਕੰਮ ਹੈ। ਬਟ ਹੁਣ ਸੁਣਨਾ ਫਿਰ ਧਿਆਨ ਨਾਲ ਪੁਆਇੰਟ, ਮੈਂ ਤੁਹਾਨੂੰ ਕੀ ਲਿਖਿਆ ਸਟਾਰਟਿੰਗ ਦੇ ਵਿੱਚ ਵੀ ਯੂਨਾਈਟਿਡ ਨੇਸ਼ਨ ਦੇ ਕਿੰਨੇ ਮੈਂਬਰ ਹੈ, 193। ਪੇਪਰ ਵਾਲਾ ਕਦੇ ਨਹੀਂ ਪੁੱਛੂਗਾ, ਕਦੇ ਵੀ ਨਹੀਂ ਪੁੱਛੂਗਾ, ਕਦੇ ਵੀ। ਉਹ ਕੀ ਪੁੱਛੂਗਾ, ਉਹ ਆਪਾਂ ਨੂੰ ਅਲੱਗ-ਅਲੱਗ ਆਰਗਨ ਦੇ ਪੁੱਛੂਗਾ ਵੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਕਿੰਨੇ ਮੈਂਬਰ ਹੈ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਕਿੰਨੇ ਮੈਂਬਰ ਹੈ, ICG ਦੇ ਕਿੰਨੇ ਹੈ, ਇਕੋਸੋਕ ਦੇ ਕਿੰਨੇ ਹੈ। ਸੋ ਯਾਦ ਰੱਖਣਾ ਹੈ, ਬੇਸ਼ੱਕ ਦੀ ਲਿਖ ਲਓ ਵੀ ਭਾਈ ਜਿੰਨੇ ਯੂਨਾਈਟਿਡ ਨੇਸ਼ਨ ਦੇ ਟੋਟਲ ਮੈਂਬਰ ਹੈ, ਜਿੰਨੇ ਯੂਨਾਈਟਿਡ ਨੇਸ਼ਨ ਦੇ ਟੋਟਲ ਮੈਂਬਰ ਹੈ ਉਨੇ ਹੀ ਆਪਣੇ ਪਹਿਲੇ ਆਰਗਨ ਦੇ ਮੈਂਬਰ ਹੈ 193। ਬਟ ਗਰਾਰੀ ਕਿੱਥੇ ਅੜ ਗਈ, ਦੂਜੇ ਆਰਗਨ ਤੇ। ਹੈ ਕੋਈ ਆਈਡੀਆ ਵੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਕਿੰਨੇ ਮੈਂਬਰ ਹੁੰਦੇ ਆ? ਬਹੁਤੇ ਨੇ ਪੜਿਆ ਹੋਊਗਾ 5, 10, 15। ਬਟ ਬੱਚਾ ਕਨਫਿਊਜ਼ ਹੋ ਜਾਂਦਾ ਹੈ, ਜਿਹੜਾ ਫਰੈਸ਼ਰ ਹੁੰਦਾ ਆਮ ਤੌਰ ਤੇ, ਜਿਹੜੇ ਪੜ੍ਹੀ ਬੈਠੇ ਹੋ ਤਾਂ ਪਤਾ ਹੀ ਹੈ ਵੀ ਭਾਈ 15 ਹੁੰਦੇ ਆ। 15 ਲਿਖ ਕੇ ਰੱਖ ਲਓ। ਇਟ ਕੰਸਿਸਟ ਆਫ 15 ਮੈਂਬਰਸ। ਇਹਦੇ ਬੱਚੋਂ 15 ਮੈਂਬਰਸ ਹੁੰਦੇ ਆ। ਤੇ ਜਿਹੜੇ ਇਹ 15 ਮੈਂਬਰਸ ਹੁੰਦੇ ਆ ਨਾ, ਹੁਣ ਪੜ੍ਹਨੀ ਚੀਜ਼ ਧਿਆਨ ਨਾਲ। ਇਹ 15 ਕਿਵੇਂ ਹੁੰਦੇ ਆ? ਇਹ 15 ਹੁੰਦੇ ਆ ਐ, 5 ਆਰ ਪਰਮਾਨੈਂਟ, 5 ਹੁੰਦੇ ਆ ਪੱਕੇ। वही जिम्मे राज्य समझ में पढ़ते हैं आप, अंबुजा सीमेंट के बने हुए हैं, राट कंप्रेसिव स्ट्रेंथ, ये पांचों के पांचों टूटते नहीं। 10 नॉन परमानेंट मेंबर्स, 10 नॉन परमानेंट मेंबर्स। ਹੁਣ ਧਿਆਨ ਨਾਲ ਸਮਝੋ, ਇਹਨੂੰ ਪਹਿਲੀ ਗੱਲ ਤਾਂ ਪੇਪਰ ਵਾਲਾ ਪਾ ਦਿੰਦਾ ਹੈ ਸ਼ਾਰਟ ਦੇ ਵਿੱਚ 5P, ਇਹਨੂੰ ਪੇਪਰ ਵਾਲਾ ਸ਼ਾਰਟ ਚ ਪਾਉਂਦਾ ਹੈ 10 NP। ਇੰਨੀ ਸ਼ਾਹੀ ਨਹੀਂ ਹੁੰਦੀ ਪੇਪਰ ਵਾਲੇ ਕੋਲ ਜਿੰਨੀ ਆਪਣੇ ਕੋਲੇ ਹੈ। ਆਪਣੇ ਤਾਂ ਬੋਰਡ ਕੱਢੀ ਜਾਂਦਾ, ਪੇਪਰ ਵਾਲੇ ਕੋਲ ਨਹੀਂ ਇੰਨੀ ਹੁੰਦੀ। ਹੁਣ ਜਿਹੜੇ ਆ 5P ਹੈ, ਇਹਦਾ ਮਤਲਬ ਇਹ ਹੈ ਵੀ ਜਬ ਤੱਕ यूनाइटेड नेशन रहेगी तब तक ये पांचों के पांचों मेंबर रहेंगे। ये 5 ਕਿਹੜੇ ਹੈ? ਪਹਿਲਾਂ ਆਪਾਂ ਲਿਖ ਲਈਏ, ਚਾਈਨਾ, फ्रांस,
रशिया, यूके, चाइना, फ्रांस, रशिया, यूके, यूएस, 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 चाइना, फ्रांस, रशिया, यूके, यूएस। समझ गए? ਇਹ ਚੀਜ਼ ਬੱਚੋ ਆਪਾਂ ਰੱਖਣੀ ਆ ਯਾਦ, ਇਹਨੂੰ ਕਹਿੰਦੇ ਆ 5P। ਹੁਣ ਜਿਹੜੇ ਹੁੰਦੇ ਆ ਵਿਚਾਰੇ ਕੱਚੇ, ਇਹ ਬਣਦੇ ਆ 2-2 ਸਾਲਾਂ ਵਾਸਤੇ, ਮਤਲਬ 10 ਮੁਲਕ ਕੀ ਹੈ ਇਕੱਠੇ, ਮਤਲਬ 5-5 ਕਰਕੇ ਬਣਦੇ ਆ। ਉਸ ਤੋਂ ਬਾਅਦ ਦੀ ਗੱਲ ਹੈ 10 ਮੁਲਕ ਕੀ ਹੈ, ਇਹ ਹੁੰਦੇ ਆ 2-2, ਮੰਨ ਲਓ ਆਪਣਾ ਮੁਲਕ ਮੈਂਬਰ ਬਣ ਗਿਆ 2021 ਚ ਜਨਵਰੀ ਚ, ਸੋ ਇਹ 2022 ਦਸੰਬਰ ਤੱਕ ਰਹੂਗਾ, ਪਰ ਇਹ ਥਾਂ ਤੇ ਕੋਈ ਹੋਰ ਮੁਲਕ ਮੈਂਬਰ ਬਣ ਜਾਊਗਾ। ਸੋ ਇਹ ਵੀ ਲਿਖ ਕੇ ਰੱਖ ਲਓ, these members are elected, these members are elected for term of 2 years, for term of 2 years। ਇਹ ਬੱਚੋ ਬਣ ਗਏ 2-2 ਸਾਲਾਂ ਵਾਸਤੇ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ ਵੀ ਭਾਈ 10 ਮੈਂਬਰ ਚੱਕੇ 2 ਸਾਲ ਲਈ ਬਣਾਤੇ, ਫਿਰ ਗਏ ਬਾਹਰ। ਬਟ ਅਸਲੀ ਪਾਵਰ ਇਹਨਾਂ ਕੋਲੇ ਹੁੰਦੀ ਹੈ, ਇਹਨਾਂ ਪੰਜਾਂ ਕੋਲੇ ਕੀ ਹੈ, ਵਿਟੋ ਪਾਵਰ ਹੈ। ਵਿਟੋ ਮਤਲਬ ਕੀ ਹੁੰਦਾ ਹੈ, ਵਿਟੋ ਮਤਲਬ ਨਾ ਮੈਂ ਨਹੀਂ ਕਰਦਾ। ਇਹਨਾਂ ਪੰਜਾਂ ਦੇ ਵਿੱਚੋਂ ਜੇਕਰ ਇੱਕ ਮੁਲਕ ਨੇ ਵੀ ਕਹਿਤਾ ਕਿ ਵੀ ਮੈਂ ਨਹੀਂ ਕਰਦਾ ਇਸ ਬਿੱਲ ਤੇ ਸਾਈਨ, ਉਹ ਚੀਜ਼ ਪਾਸ ਯੂਨਾਈਟਿਡ ਨੇਸ਼ਨ ਦੇ ਵਿੱਚ ਹੋ ਹੀ ਨਹੀਂ ਸਕਦੀ। ਇਹਨਾਂ ਪੰਜਾਂ ਦੀ ਸਹਿਮਤੀ ਦੇ ਬਿਨਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਪੱਤਾ ਵੀ ਨਹੀਂ ਹਿਲਦਾ। ਤੇ ਤੁਹਾਨੂੰ ਪਤਾ ਹੀ ਹੈ ਫਿਰ ਆਪਾਂ ਨੂੰ ਸਾਰਿਆਂ ਨਾਲੋਂ ਡਿੱਕਾ ਕੌਣ ਦਿੰਦਾ ਹੈ, ਆ ਮਿਚੀਆਂ ਅੱਖਾਂ ਵਾਲੇ ਦਿੰਦੇ ਆ। ਇਹ ਗੱਲ ਆਪਾਂ ਰੱਖਣੀ ਯਾਦ। ਹੁਣ ਆਪਾਂ ਆਉਣੇ ਆ ਖਾਸ ਪੁਆਇੰਟਾਂ ਤੇ ਵੀ ਅੱਜ 15 ਮੈਂਬਰ ਹੈ, ਬਟ ਓਰੀਜਨਲੀ ਯਾਦ ਰੱਖਿਓ, ਓਰੀਜਨਲੀ ਪਹਿਲਾਂ 11 ਹੁੰਦੇ ਸੀ। ਓਰੀਜਨਲੀ it consists of 11 members। ਅਸਲ ਦੇ ਵਿੱਚ ਬੱਚੋ 11 ਮੈਂਬਰ ਸਨ, ਬਟ ਫਿਰ ਵਧਾ ਕੇ 1965 ਦੇ ਵਿੱਚ 15 ਕਰਤੇ, ਬਟ expanded in 1965। ਸੋ ਉਦੋਂ ਬਾਅਦ ਅੱਜ ਕਿੰਨੇ ਹੈ 15, ਪਰ ਪੱਕੀ ਸੀਟ ਪਾਵਰ ਇਹਨਾਂ ਕੋਲੇ ਹੈ। ਤਾਂ ਹੀ ਤਾਂ ਮੁਲਕ ਲਿਟਦੇ ਹੈ ਕਿ ਸਾਨੂੰ ਭਾਈ ਸਿਕਿਉਰਿਟੀ ਕਾਉਂਸਲ ਚ ਕੀ ਹੈ, ਪੱਕੀ ਸੀਟ ਦਿੱਤੀ ਜਾਵੇ। ਜਿਵੇਂ ਆਪਣਾ ਮੁਲਕ ਕਹਿੰਦਾ, ਪਰ ਆਪਣਾ ਮੁਲਕ ਕੀ ਹੈ, ਘੈਂਟ ਮੁਲਕ ਹੈ ਨਹੀਂ, ਜਰਮਨੀ ਹੈ ਨਹੀਂ, ਜਾਪਾਨ ਹੈ ਨਹੀਂ, ਬਹੁਤ ਆਸਟ੍ਰੇਲੀਆ, ਜਿਹੜੇ ਮੁਲਕਾਂ 'ਚ ਆਪਾਂ ਜਾਣ ਨੂੰ ਲਿਟਦੇ ਹਾਂ ਉਹ ਵੀ ਹੈ ਨਹੀਂ ਇਹਦੇ 'ਚ। ਲਾ ਲਓ ਸਾਹਿਬ ਤੁਸੀਂ, ਆਸਟ੍ਰੇਲੀਆ ਵੀ ਹੈ ਨਹੀਂ, ਨਿਊਜ਼ੀਲੈਂਡ ਵੀ ਹੈ ਨਹੀਂ, ਜਿੱਥੇ ਆਪਾਂ ਸਾਰੇ ਪੰਜਾਬੀ ਬੰਦੇ ਬੈਠੇ ਆ। ਸੋ ਇਹਨੂੰ ਲੈ ਕੇ ਫਿਰ ਕੀ ਹੁੰਦਾ ਹੈ, ਸਿਆਸਤ ਚੱਲਦੀ ਹੈ। ਸਿਕਿਉਰਿਟੀ ਕਾਉਂਸਲ ਸਿਆਸਤ ਕਿਉਂ ਚੱਲਦੀ ਹੈ ਵੀ ਸਾਰੇ ਮੁਲਕਾਂ ਨੇ ਆਪਦੇ ਗੁੱਟ ਬਣਾ ਰੱਖਿਆ, ਗੁੱਟ। ਜਿਵੇਂ ਤੁਸੀਂ ਸੁਣਿਆ ਹੋਊਗਾ G4, ਤੁਸੀਂ ਕੀ ਸੁਣਿਆ ਹੋਊਗਾ G4। ਹੁਣ G4 ਕੀ ਹੈ, ਜਰਮਨੀ ਹੈ, ਜਾਪਾਨ ਹੈ, ਬ੍ਰਾਜ਼ੀਲ ਹੈ, ਇੰਡੀਆ। G4 ਕੀ ਹੈ, ਜਰਮਨੀ ਹੈ, ਜਾਪਾਨ ਹੈ, ਬ੍ਰਾਜ਼ੀਲ ਹੈ ਤੇ ਇੰਡੀਆ। ਇਸ ਨੂੰ ਪਤਾ ਹੋਣਾ ਚਾਹੀਦਾ ਨਾ, ਮੈਂ ਲਿਖੀ ਜਾਂਦਾ ਹੈ ਕਿਤੇ ਨਾ ਮੰਨੋ ਵੀ ਸਰ ਨੇ ਆਹ ਕੀ ਜੀ ਲਿਖਾਤੇ। ਜਿਵੇਂ ਤੁਹਾਡੇ ਘਰੇ 4G ਹੈ, 5G ਹੈ, ਜੇ ਮੈਂ ਤੁਹਾਡੇ ਘਰੇ ਮੰਨ ਲਓ 50G ਹੈ, ਤੁਹਾਡੇ ਘਰੇ ਕੀ ਪੱਕਾ ਗਰੁੱਪ ਬਣੇ ਹੋਣਗੇ ਵੀ 4 ਇੱਕ ਪਾਸੇ ਹੋਣਗੇ, 10 ਇੱਕ ਪਾਸੇ ਹੋਣਗੇ। ਉਵੇਂ ਗਰੁੱਪ ਆਫ 4 ਮੈਂਬਰਸ, ਜਿਵੇਂ ਜਰਮਨੀ ਹੈ, ਜਾਪਾਨ ਹੈ, ਬ੍ਰਾਜ਼ੀਲ ਹੈ ਤੇ ਇੰਡੀਆ, ਤੇ ਇਹਨੂੰ ਵਨ ਆਫ ਦਾ ਧਾਕੜ ਗਰੁੱਪ ਮੰਨਿਆ ਗਿਆ ਸਿਕਿਉਰਿਟੀ ਕਾਉਂਸਲ ਦੇ ਵਿੱਚ ਚੁਣੌਤੀ ਦੇਣ ਦੇ ਮਾਮਲੇ 'ਚ, ਕਿਉਂਕਿ ਸਾਰੇ ਘੈਂਟ ਮੁਲਕ ਆ ਗਏ। ਤਾਂ ਇਹਨਾਂ ਤੇ ਬਣ ਗਈ ਭਾਦੀ। ਉਹਨੂੰ ਪਤਾ ਲੱਗ ਗਿਆ ਇਹਨਾਂ ਨੂੰ ਪੱਕਿਆਂ ਨੂੰ ਵੀ ਅੜੀ ਇਹਨਾਂ ਚੋਂ ਇੱਕ ਤਾਂ ਪੱਕਾ ਕਰ ਲਓ। ਜੇ ਇਹ ਗਰੁੱਪ ਐਂ ਚੱਲ ਗਿਆ ਨਾ, ਕਿਉਂਕਿ ਇਹ ਗਰੁੱਪ ਕਿਉਂ ਬਣਿਆ, ਇਹ ਚਾਰੇ ਕਹਿੰਦੇ ਆਪਾਂ ਇੱਕ ਦੂਜੇ ਨੂੰ ਯੂਨਾਈਟਿਡ ਨੇਸ਼ਨ ਸਪੋਰਟ ਕਰਾਂਗੇ। ਚੱਕ ਲਾ, ਇਹ ਚਾਰੇ ਕਹਿੰਦੇ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਕਿ ਸਾਨੂੰ ਵੀ ਪੱਕੀ ਸੀਟ ਦਿੱਤੀ ਜਾਵੇ। ਪਰ ਉਹ ਸਿਆਸਤੀ ਹੈ। ਜਦੋਂ ਵੀ ਕਿਤੇ ਅਖਬਾਰ ਪੜ੍ਹੋਗੇ ਨਾ ਯੂਨਾਈਟਿਡ ਨੇਸ਼ਨ ਨੇ ਆਹ ਕੀਤਾ ਵੀ ਕਿਹਨੇ ਪਾਸ ਕੀਤਾ, ਉਹ ਪਤਾ ਕੀ ਲਿਖਣ ਲੱਗ ਗਏ ਅਖਬਾਰਾਂ ਤੇ, 5P+1 ਲਿਖਣ ਲੱਗ ਗਏ ਬੱਚੋ। ਇਹ +1 +2 ਨਹੀਂ ਹੈ ਵੀ 11ਵੀਂ 12ਵੀਂ ਹੈ ਵੀ ਹੁਣ ਇਹ ਆ 5 ਮੈਂਬਰ ਵੀ ਹੁਣ 11ਵੀਂ 'ਚ ਹੋ ਗਏ, ਆ 5 ਮੈਂਬਰ ਹੁਣ 12ਵੀਂ 'ਚ ਹੋ ਗਏ। ਉਹ ਚੀਜ਼ ਨਹੀਂ ਹੈਗੀ ਇਹ। ਇੱਥੇ +1 ਸੈਂਸ ਤਾਂ ਪੁੱਛਿਆ ਪੇਪਰ ਵਾਲਾ ਵੀ +1 ਇੱਥੇ ਕਿਹੜਾ ਮੁਲਕ ਹੈ, ਤਾਂ ਆਪਾਂ ਟਿਕ ਲਾਵਾਂਗੇ ਜਰਮਨੀ। ਕਿਹੜਾ ਮੁਲਕ ਹੈ ਬੱਚੋ, ਜਰਮਨੀ। ਸਮਝ ਗਏ? ਐਂ ਗਰੁੱਪ ਨੂੰ ਕਮਜ਼ੋਰ ਕਰਦੇ ਆ ਇਹ ਬਸ, ਵੀ ਆਪੇ ਹੁਣ ਜਰਮਨੀ ਨੂੰ ਮੀਟਿੰਗਾਂ ਬਿਠਾਉਣ ਲੱਗ ਗਏ ਵੀ ਇਹਨਾਂ ਦਾ ਗਰੁੱਪ ਕੀ ਹੋ ਜਾਊਗਾ, ਇਹ ਡਿਪਲੋਮੈਟਿਕ ਪਾਲਿਸੀ ਚੱਲਦੀ ਹੈ ਬਸ। ਜਿੱਥੋਂ ਲੱਗਦਾ ਵੀ ਆ ਬੰਦਾ ਤਕੜਾ ਹੈ ਉਹਨੂੰ ਨਾਲ ਆਪਦੇ ਨਾਲ ਸ਼ਾਮਿਲ ਜੇ ਕਰ ਲੈਂਦੇ, ਤੁਹਾਡੇ ਕੋਲ ਆ ਜਾ ਤੂੰ ਇਹਨਾਂ ਦਾ ਕਿਉਂ ਕਰਾਉਣਾ ਯਾਰ, ਉਹ ਗੱਲ ਆ। ਸਿੱਧੀ ਜੀ ਗੱਲ ਹੈ, ਨੋਰਮਲ ਕੰਡੀਸ਼ਨਾਂ ਵੀ ਆਪਣੀ ਜ਼ਿੰਦਗੀ 'ਚ ਆਈ ਚੱਲਦੀਆਂ।
ਸੋ ਆਪਾਂ ਇਹ ਸਾਰਾ ਬੱਚੋ ਰਿਵਾਈਜ਼ ਕਰ ਲਓ। ਇਹਨੂੰ ਆਪਾਂ ਪੁਲਿਸਮੈਨ ਆਫ ਦਾ ਵਰਲਡ ਕਹਿੰਦੇ ਆ। ਇਹਦੇ ਪਹਿਲਾਂ 11 ਸੀ, ਅੱਜ 15 ਮੈਂਬਰ ਹੈ, 5 ਪੱਕੇ ਹੈ, 10 ਕੱਚੇ ਹੈ। ਜਿਹੜੇ ਕੱਚੇ ਹੈ ਉਹ ਬਣਦੇ ਆ ਬੱਚੋ 2-2 ਸਾਲਾਂ ਵਾਸਤੇ। ਹੁਣ ਜਿਹੜੇ ਆ 15 ਮੈਂਬਰ ਹੈ, ਮੈਂ ਤੁਹਾਨੂੰ ਕੀ ਕਿਹਾ, ਇਹਦੇ 15 ਮੈਂਬਰ ਹੈ, 15 ਮੈਂਬਰ, ਇਹ 15 ਮੈਂਬਰ ਹੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਪ੍ਰਧਾਨ ਹੁੰਦੇ ਆ ਇੱਕ ਮਹੀਨੇ ਵਾਸਤੇ। ਵੀ 15 ਮਹੀਨਿਆਂ ਬਾਅਦ ਜਿਹੜੀ ਪ੍ਰਧਾਨਗੀ ਹੈ ਉਹ ਰੋਟੇਟ ਕਰਦੀ ਹੈ ਇਹਨਾਂ 15 ਮੁਲਕਾਂ ਦੇ ਵਿੱਚ। ਜਿਵੇਂ 2021 ਦੀ ਪ੍ਰਧਾਨਗੀ ਆਪਣੇ ਅਗਸਤ ਇੰਡੀਆ ਕੋਲੇ ਸੀਗੀ। ਵਾਓ, ਮੈਂ ਤੁਹਾਨੂੰ ਨਵਾਂ ਪੁਆਇੰਟ ਕੀ ਦੱਸ ਰਿਹਾ ਵੀ ਇਸ ਸਮੇਂ ਆਪਣਾ ਇੰਡੀਆ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈਗਾ। ਹੁਣ ਹੋਊਗਾ ਕਿਵੇਂ? ਕੱਚੇ ਤੌਰ ਤੇ ਹੋਊਗਾ, ਕੱਚੇ ਤੌਰ ਤੇ। ਨਵੀਂ ਸਰਕਾਰ ਆ ਗਈ, ਪੱਕੇ ਕਰ ਦੇਣਾ, ਬੜੀ ਗੱਲ ਹੈ, ਕਮਾਲ ਕਰੀਏ ਇਹਨੂੰ। ਕੁੱਲ ਮਿਲਾ ਕੇ ਯਾਦ ਰੱਖਿਓ ਬੱਚਿਓ ਵੀ ਇੰਡੀਆ ਇਸ ਵਾਰ 8ਵੀਂ ਵਾਰ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਬਣਿਆ। ਲਿਖੋ ਫਿਰ, ਇੰਡੀਆ has been elected. India has been elected as, सच भी पाई लो मुरे यार की, non permanent, as non permanent. India has been elected as non permanent member for 8th time, 8ਵੀਂ ਵਾਰੀ ਆਪਣਾ ਮੁਲਕ ਇਹ ਮੈਂਬਰ ਬਣਿਆ ਸਿਕਿਉਰਿਟੀ ਕਾਉਂਸਲ ਦਾ। ਤੇ ਮੈਂ ਤੁਹਾਨੂੰ ਕੀ ਕਿਹਾ ਵੀ ਟੋਟਲ ਕਿੰਨੇ ਮੁਲਕ ਹੈ? ਵੈਸੇ 15। ਤੇ ਇਹਨਾਂ 15 ਦੀ ਪ੍ਰਧਾਨਗੀ ਹੈ ਦ ਪੋਸਟ ਆਫ ਪ੍ਰੈਜ਼ੀਡੈਂਸੀ, ਐਂ ਕਹਿ ਲਓ, ਦ ਪੋਸਟ ਆਫ ਪ੍ਰੈਜ਼ੀਡੈਂਸੀ। ਸਮਝ ਗਏ ਵੀ ਜਿਹੜੀ ਪ੍ਰਧਾਨਗੀ ਦਾ ਅਹੁਦਾ ਹੈ, ਜਿਹੜਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰਧਾਨਗੀ ਦਾ ਅਹੁਦਾ ਹੈ, ਇਹ ਕੀ ਕਰਦਾ ਹੈ? ਰੋਟੇਟ ਕਰਦਾ ਹੈ। is rotated among 15 member states every month। ਆ ਚੀਜ਼ ਸਿਰੇ ਦੀ ਹੈ। ਮੈਂ ਤੁਹਾਨੂੰ ਕੀ ਲਿਖਿਆ ਹੈ ਵੀ ਜਨਰਲ ਅਸੈਂਬਲੀ ਦਾ ਪ੍ਰਧਾਨ ਹੁੰਦਾ ਹੈ ਉਹ 1 ਸਾਲ ਵਾਸਤੇ ਹੁੰਦਾ ਹੈ। ਜਿਹੜੀ ਇਹਦੀ ਪ੍ਰਧਾਨਗੀ ਸਾਰੇ ਮੁਲਕ ਨੂੰ, ਜੇ ਫੋਰ ਐਗਜ਼ਾਮਪਲ ਆਪਣਾ ਅਗਸਤ ਮਹੀਨੇ ਦੇ ਵਿੱਚ ਜਿਸ ਨੂੰ ਪੁੱਛਿਆ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰਧਾਨ ਕੌਣ ਸੀ, ਤਾਂ ਆਪਾਂ ਟਿਕ ਲਾਵਾਂਗੇ ਇੰਡੀਆ। ਮਹੀਨੇ ਵਾਸਤੇ ਬਣਦੇ ਹੁੰਦੇ ਆ ਵੀ 15 ਮਹੀਨੇ 15 ਮੈਂਬਰ ਹੈ, ਪ੍ਰਧਾਨਗੀ ਫਿਰ ਪਹਿਲੇ ਕੋਲੇ ਆ ਜਾਂਦੀ ਹੈ। ਸਮਝੇ ਮੇਰੀ ਗੱਲ? ਸੋ ਅੱਜ ਬਹੁਤ ਹੀ ਸਾਰੇ ਪੁਆਇੰਟ ਆਪਾਂ ਬਰੀਕੀ ਦੇ ਨਾਲ ਡਿਸਕਸ ਕੀਤੇ ਹੈ, ਤੁਸੀਂ ਵੀ ਕਰਨੇ ਹੈ। ਨੋਟ ਕਰਨ ਦੀ ਆਪ ਕੋਸ਼ਿਸ਼ ਕਰੋਗੇ ਤਾਂ ਜ਼ਿਆਦਾ ਵਧੀਆ ਰਹੋਗੇ। ਰਿਵੀਜ਼ਨ ਕਰਨੀ ਸੌਖੀ ਹੋ ਜਾਂਦੀ ਹੈ। ਆਪਦੀ ਹੱਥੀ ਲਿਖੀਆਂ ਚੀਜ਼ਾਂ ਦਿਮਾਗ 'ਚ ਛੇਤੀ ਬਣਦੀਆਂ। ਖਾਸ ਕਰਕੇ ਜਦੋਂ ਆਪਾਂ ਰਿਵੀਜ਼ਨ ਕਰਾਂਗੇ ਵੀ ਹਾਂ ਮੈਂ ਉੱਥੇ ਜਾਣ ਲਿਖਿਆ ਸੀ ਓਏ ਵੀ 24 ਅਕਤੂਬਰ 45 ਨੂੰ ਬਣੀ ਹੈ, 51 ਸੀ, ਅੱਜ 193 ਹੈ, ਨਿਊਯਾਰਕ ਹੈ, ਜਨੇਵਾ, ਵੀਅਨਾ, ਨੈਰੋਬੀ ਤੇ ਹੇਗ ਦੇ ਵਿੱਚ ਹੈ। ਆਪਣਾ ਨਾਮ ਦਿੱਤਾ ਸੀ ਇਹ ਉਹਨੇ, ਆਪਣਾ ਫਰੈਂਕਲਿਨ ਰੂਸਵੈਲਟ ਨੇ। 6 ਇਹਦੇ ਆਰਗਨ ਹੈ। 20 ਅਕਤੂਬਰ 1947 ਨੂੰ ਇਹਨਾਂ ਝੰਡਾ ਆਪਦਾ ਝੰਡਾ ਤੇ ਤਿਰੰਗਾ ਨਾ ਕਹਿ ਦਿਓ, ਇਹਨਾਂ ਦਾ ਮਤਲਬ ਬਲੂ ਕਲਰ ਦਾ ਹੁੰਦਾ ਲੋਗੋ ਵਾਲਾ। ਤੇ ਕੁੱਲ ਮਿਲਾ ਕੇ ਉਹ ਅਡਾਪਟ ਕੀਤਾ ਹੈ। ਜਨਰਲ ਅਸੈਂਬਲੀ ਹੈ, ਸਿਕਿਉਰਿਟੀ ਕਾਉਂਸਲ ਹੈ, ਇਕਨੋਮਿਕ ਸੋਸ਼ਲ ਕਾਉਂਸਲ ਹੈ, ਟਰਸਟੀਸ਼ਿਪ ਕਾਉਂਸਲ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਸੈਕਟਰੀਏਟ ਹੈ। ਫਿਰ ਪਹਿਲਾ ਆਪਣਾ ਪਾਰਲੀਮੈਂਟ ਆਫ ਦੀ ਵਰਲਡ, ਦੂਜਾ ਆਪਣਾ ਸਿਕਿਉਰਿਟੀ ਕਾਉਂਸਲ ਹੈ, ਉਹਦੇ ਮੈਂਬਰ 193 ਹੈ, ਇਹਦੇ ਮੈਂਬਰ ਆਪਣੇ ਕਿੰਨੇ ਹੈ? 15 ਹੈ। ਪਹਿਲਾਂ 11 ਸੀ, 65 ਚ 15 ਕਰਤੇ, ਕੁਛ ਵੀ ਨਹੀਂ। VK ਕ੍ਰਿਸ਼ਨ ਮੈਨਨ, ਵਿਜੇ ਲక్ష్ਮੀ ਪੰਡਿਤ, ਰਾਮਾ ਸਵਾਮੀ ਮੁੱਢਲੀਆਰ, ਇਹ ਬੱਚੇ ਆਪਾਂ ਅੱਜ ਦੀ ਕਲਾਸ ਦੇ ਵਿੱਚ 3 ਆਪਣੇ ਹਿੰਦੁਸਤਾਨੀ ਬੰਦੇ ਵੀ ਕਵਰ ਕੀਤੇ ਹੈ। ਇਸ ਦੇ ਨਾਲ ਇਹ ਟੌਪਿਕ ਅੱਜ ਦੀ ਕਲਾਸ ਦੇ ਵਿੱਚ ਪੂਰਾ ਨਹੀਂ ਹੋ ਸਕਦਾ। ਕੱਲ ਨੂੰ ਆਪਾਂ ਮਤਲਬ ਨੈਕਸਟ ਕਲਾਸ ਦੇ ਵਿੱਚ ਤੁਹਾਨੂੰ ਜਲਦੀ ਅਪਲੋਡ ਕਰ ਦਾਂਗੇ ਉਹ ਵੀ ਨਾਲ ਹੀ। ਤੇ ਉਹਦੇ ਵਿੱਚ ਆਪਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਤੋਂ ਬਾਅਦ ਵੱਖਰੇ ਸਾਰੇ ਆਰਗਨ ਵੀ ਕੰਪਲੀਟ ਕਰ ਦਿਆਂਗੇ। ਚਲੋ ਠੀਕ ਹੈ ਬੱਚੋ, ਮਿਲਦੇ ਹਾਂ ਫਿਰ ਆਪਾਂ ਕੱਲ ਨੂੰ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ, ਬਾਏ, ਟਾਟਾ।